श्री वाहिगुरु साहिब जीओ। सारंग महला पंजवा। चौपां दे कार पहला। एको ओंकार सतगुर प्रसाद। सतगुर मूरत को बल जाओ। वाहिगुरु जी का खालसा वाहिगुरु जी की फतेह। कोट ब्रह्मंडा दे मालक जुगो जुगी अटल शब्दा अवतार दसां पातशाहियां दी आत्मक जोत धन धन सतगुरु श्री गुरु ग्रंथ साहिब सच्चे पातशाह जी महाराज जी दी पवित्र पावन हजूरी दे विच जुड़मिल बैठी गुरु रूप गुरु खालसा साध संगत जीओ। आओ बड़े प्यार और सत्कार दे नाल अमृत बाणी हर हर तेरी सुन सुन होवे परम गत मेरी। जलन बुझी शीतल होए मनुआ सतगुर का दर्शन पाए जियो। सतगुरां दी पवित्र अमृत बाणी की कथा विचार व्याख्या सो सरवण करके लाह प्राप्त करो जी। एक बार उच्चारण करो सतनाम श्री वाहिगुरु जी। सतनाम श्री वाहिगुरु साहिब जीओ। सारंग महला पंजवा। सारंग राग दी अंदर पंजवें पातशाह शहीदां दी सरताज धन धन सतगुरु श्री गुरु अर्जन देव साहब जी महाराज पवित्र पावन शब्द उच्चारण कर रहे हैं। चौपां दे कार पहला। चार पदियां वाला ही शब्द उच्चार रहे ने। पहले कर सुर ताल दे अंदर एको ओंकार। एक जो अद्वितीय परमेश्वर है ओंकार सर्वदा प्रकाशक है। सतगुर प्रसाद जो सतगुरां दी कृपा द्वारा प्राप्त हुंदा है। सतगुर मूरत को बल जाओ। मैं सतगुरां दी प्रतख जो मूरत हस्ती है जो प्रतख दसां पातशाहियां दा स्वरूप है जो गुरु जी ने पंजां तत्तां दी देह धारी हुई है। ऐसे सतगुरां दी अमृत पिन्नी देहुरी जो नाम अमृत नाल भिजी हुई सेवा ते सिमरन दी मूर्ति है। ऐसे सतगुरां दी मूर्ति तो सतगुरां दे पावन सरूप तो सतगुरां दी हस्ती तो मीरी पीरी दे मालक छेवें पातशाह धन श्री गुरु हरगोबिंद साहब जी 6.5-7 फुट उच्चे जवान तगड़े जुस्से वाले महाराज दे पावन शरीर तो मैं बलिहार मैं कुर्बान जांदा। सतगुरां दे स्वरूप तो सतगुरां दे दर्शनां तो दर्शन देख जीवा गुर तेरा पूर्ण कर्म होए प्रभ मेरा। असीं बलिहार बलिहार कुर्बान जाते हाँ। भाई गुरदास साहब जी जो गुरु घर दे अनिन सिख सेवक श्रद्धालु हुए ने एक बार उन्होंने कविता दे विच हंकार वाला वचन लिख दिता कि जे गुर सांग वरतदा सिख सिदक ना हारे।
ਤਾਂ ਬਾਬਾ ਬੁੱਢਾ ਜੀ ਆਦਿਕ ਗੁਰਸਿੱਖਾਂ ਨੇ ਭਾਈ ਸਾਹਿਬ ਜੀ ਨੂੰ ਸਮਝਾਇਆ ਕਿ ਇਹ ਬਚਨ ਭਾਈ ਸਾਹਿਬ ਜੀ ਠੀਕ ਨਹੀਂ ਹੈ। ਤਾਂ ਭਾਈ ਗੁਰਦਾਸ ਸਾਹਿਬ ਜੀ ਨੇ ਨਾ ਮੰਨਿਆ। ਤਾਂ ਇਹ ਗੱਲ ਗੁਰੂ ਜੀ ਦੇ ਕੰਨੀ ਪੈ ਗਈ। ਮਹਾਰਾਜ ਜੀ ਨੇ ਸੋਨੇ ਦੀਆਂ ਮੋਹਰਾਂ ਦੀਆਂ ਖੁਰਜੀਆਂ ਭਰ ਭਰ ਕੇ ਤੇ ਨਾਲ ਭਾਈ ਗੁਰਦਿੱਤਾ ਜੀ ਤੇ ਦੁਨੀ ਚੰਦ ਗੁਰਸਿੱਖਾਂ ਨੂੰ ਭਾਈ ਸਾਹਿਬ ਦੇ ਨਾਲ ਕਾਬਲ ਦੇ ਵਿੱਚ ਕੰਧਾਰ ਦੇ ਵਿੱਚੋਂ ਘੋੜੇ ਖਰੀਦਣ ਲਈ ਭੇਜਿਆ। ਆਖਿਆ ਕਿ ਘੋੜੇ ਪਹਿਲਾਂ ਸਾਡੇ ਕੋਲ ਭੇਜਣੇ, ਪਸੰਦ ਆ ਜਾਣਗੇ ਫਿਰ ਅਸੀਂ ਹੁਕਮ ਕਰਾਂਗੇ ਤਾਂ ਪੈਸੇ ਦੇਣੇ। ਵਪਾਰੀਆਂ ਦੇ ਕੋਲੋਂ ਘੋੜੇ ਪਸੰਦ ਕਰਕੇ ਅੰਮ੍ਰਿਤਸਰ ਭੇਜ ਦਿੱਤੇ। ਸਤਿਗੁਰੂ ਜੀ ਨੇ ਕਿਹਾ ਕਿ ਘੋੜੇ ਸਾਡੇ ਪਸੰਦ ਨੇ, ਸਾਰਿਆਂ ਦਾ ਮੁੱਲ ਤਾਰ ਦਿਓ। ਜਦ ਭਾਈ ਸਾਹਿਬ ਜੀ ਮੁੱਲ ਤਾਰਨ ਲੱਗੇ ਤਾਂ ਗੁਰੂ ਜੀ ਨੇ ਉਹਨਾਂ ਨੂੰ ਠੀਕਰੀਆਂ ਦਿਖਾਇਆ। ਤਾਂ ਤੰਬੂ ਪਾੜ ਕੇ ਪਿੱਛੋਂ ਦੀ ਭੱਜ ਕੇ ਕਾਂਸ਼ੀ ਦੇ ਰਾਜੇ ਕੋਲ ਆ ਕੇ ਰਹਿਣ ਲੱਗੇ। ਉੱਥੇ ਬਹੁਤ ਸੰਗਤ ਜੁੜ ਗਈ, 700 ਦੇ ਕਰੀਬ ਜੋ ਉਹਨਾਂ ਦੇ ਸ਼ਰਧਾਲੂ ਬਣ ਗਏ। ਭਾਈ ਗੁਰਦਾਸ ਜੀ ਦੀ ਕਥਾ ਸੁਣ ਕੇ ਵੱਡੇ ਵੱਡੇ ਜਿਹੜੇ ਪੰਡਤ ਸੀਗੇ ਉਹ ਵੀ ਭਾਈ ਸਾਹਿਬ ਦੀ ਈਨ ਮੰਨਣ ਲੱਗੇ। ਜਦ ਭਾਈ ਸਾਹਿਬ ਨੇ ਵਾਹਿਗੁਰੂ ਮੰਤਰ ਦੀ ਅਰਥ ਕਰਕੇ ਸੁਣਾਏ, ਉੱਥੇ ਤਾਂ ਬੜੀ ਰੌਣਕ ਲੱਗ ਗਈ। ਰਾਜਾ ਬੜਾ ਪ੍ਰਸੰਨ ਹੋਇਆ, ਪਰ ਭਾਈ ਸਾਹਿਬ ਦਾ ਉੱਥੇ ਜੀ ਨਾ ਲੱਗੇ। ਗੁਰੂ ਜੀ ਦੇ ਵਿਛੋੜੇ ਵਿੱਚ ਅਤੇ ਆਪਣੇ ਕੀਤੇ ਤੇ ਇਤਨਾ ਪਛਤਾਪ ਕਰਦੇ ਰਹਿੰਦੇ ਕਿ ਕਈ ਵਾਰ ਵੈਰਾਗ ਦੇ ਹੰਝੂ ਵਹਾਉਂਦੇ ਹੋਏ ਬੇਨਤੀਆਂ ਕਰਦੇ ਸਨ ਕਿ ਹੇ ਸਤਿਗੁਰੂ ਜੀ, ਤੁਸੀਂ ਆਪਣੇ ਮਿਲਣ ਦਾ ਕੋਈ ਆਪ ਹੀ ਰਾਹ ਕੱਢੋ। ਹੁਣ ਮੇਰੇ ਕੋਲੋਂ ਇਹੋ ਵਿਛੋੜਾ ਸਹਿਆ ਨਾ ਜਾਏ, ਇਹ ਵਿਛੋੜਾ ਸਹਿਆ ਨਹੀਂ ਜਾਂਦਾ। ਇਸੇ ਯਾਦ ਵਿੱਚ ਭਾਈ ਸਾਹਿਬ ਜੀ ਨੂੰ ਇੱਕ ਰਾਤ ਸੁਪਨੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਹੋਏ। ਸੁਪਨੇ ਵਿੱਚ ਸਤਿਗੁਰਾਂ ਨੇ ਐਸਾ ਚੋਜ ਕੀਤਾ ਕਿ ਭਾਈ ਗੁਰਦਾਸ ਜੀ ਮਹਿਸੂਸ ਕਰਨ ਲੱਗੇ ਕਿ ਜਿਵੇਂ ਅੱਜ ਲੋਕ ਪਰਲੋਕ ਦੇ ਮਿੱਤਰ ਸਤਿਗੁਰੂ ਜੀ ਮੈਨੂੰ ਆ ਕੇ ਪ੍ਰਾਪਤ ਹੋਏ ਹਨ। ਅਤੇ ਸੁਪਨੇ ਵਿੱਚ ਦਿਆਲੂ ਸਤਿਗੁਰੂ ਜੀ ਨੇ ਕਮਲ ਸਰੀਖੇ ਨੇਤਰਾਂ ਦੇ ਨਾਲ ਮੇਰੇ ਵੱਲ ਵੇਖਿਆ ਅਤੇ ਮੁਖੋਂ ਬਹੁਤ ਮਧੁਰ ਮਧੁਰ ਬਚਨ ਬੋਲੇ, ਮਨੋਂ ਕੰਨਾਂ ਦੇ ਨਾਲ ਅੰਮ੍ਰਿਤ ਹੀ ਪਿਲਾ ਦਿੱਤਾ ਹੋਵੇ। ਮੇਰੀ ਅੰਤਸ਼ਕਰਨ ਦੀ ਸੇਜਾ ਉੱਪਰ ਐਸੇ ਸੁਭਾਏਮਾਨ ਹੋਏ ਕਿ ਉਹਨਾਂ ਦੇ ਦਰਸ਼ਨਾਂ ਵਿੱਚ ਮੇਰੀ ਸੁਰਤ ਸਤੇ ਸਿੱਧੀ ਵਿਸਮਾਦ ਹੋ ਗਈ। ਉੱਧਰੋਂ ਕਿਤੇ ਪਪੀਏ ਨੇ ਐਸੀ ਆਵਾਜ਼ ਦਿੱਤੀ ਕਿ ਮੇਰੀਆਂ ਅੱਖਾਂ ਖੁੱਲ੍ਹ ਗਈਆਂ, ਜਿਸ ਨੂੰ ਮੈਂ ਸੱਚ ਸਮਝ ਕੇ ਦਰਸ਼ਨਾਂ ਦਾ ਆਨੰਦ ਪ੍ਰਾਪਤ ਕਰ ਰਿਹਾ ਸੀ। ਅੱਖਾਂ ਖੁੱਲ੍ਹੀਆਂ ਤੋਂ ਪਤਾ ਚੱਲਿਆ ਕਿ ਵਿਛੋੜਾ ਤਾਂ ਜਿਉਂ ਦਾ ਤਿਉਂ ਹੀ ਹੈ, ਅਜੇ ਮਿਲਾਪ ਨਹੀਂ ਹੋਇਆ। ਮੇਰੀ ਹਾਲਤ ਪਾਣੀ ਤੋਂ ਵਿਛੜੀ ਮੱਛੀ ਵਾਂਗ ਹੋਈ ਪਈ ਹੈ। ਮਨੋ ਸੁਪਨੇ ਨੇ ਵਿਛੋੜੇ ਦੀ ਅਗਨੀ ਹੋਰ ਪ੍ਰਜਵਲਿਤ ਕਰ ਦਿੱਤੀ ਹੈ। ਇਸ ਅਵਸਥਾ ਨੂੰ ਬਿਆਨ ਕਰਦਿਆਂ ਉਹਨਾਂ ਨੇ ਆਪਣੀ ਰਚਨਾ ਕਵਿਤ ਸਮਈਆਂ ਵਿੱਚ ਬੜਾ ਸੁੰਦਰ ਬਿਆਨ ਕੀਤਾ ਹੈ। ਸੁਪਨ ਚਰਿਤਰ ਚਿਤਰ ਬਾਨਕ ਬਣੀ ਬਚਿੱਤਰ, ਪਾਵਨ ਪਵਿੱਤਰ ਮਿੱਤਰ ਆਜ ਮੋਰੀ ਆਈ ਹੈ। ਪਰਮ ਦਇਆਲਾ ਲੋਚਨ ਵਿਸਾਲ, ਮੁਖ ਬਚਨ ਰਸਾਲ ਮਧ ਮਧੁਰ ਪਿਆਈ ਹੈ। ਸੋਭਤ ਸਹਿਜਾਸਨ ਬਿਲਾਸਨ ਦਯੰਕ ਮਾਲ, ਪ੍ਰੇਮ ਰਸ ਬਿਸਮ ਹੋਈ ਸਹਿਜ ਸਮਾਈ ਹੈ। ਚਾਤਰਕ ਸ਼ਬਦ ਸੁਨ ਅੱਖੀਆਂ ਉਘਰ ਗਈ, ਭਈ ਜਲ ਮੀਨ ਗਤ ਬਿਰਹ ਜਗਾਈ ਹੈ। ਉਧਰ
ਅੰਤਰਜਾਮੀ ਸਤਿਗੁਰੂ ਜੀ ਨੇ ਭਾਈ ਗੁਰਦਾਸ ਜੀ ਦੀ ਅੰਦਰਲੀ ਵਿਛੋੜੇ ਦੀ ਅਵਸਥਾ ਸਮਝਦੇ ਹੋਇਆਂ ਆਪਣੇ ਨਿਕਟਵਰਤੀ ਦੋ ਸਿੱਖ ਭਾਈ ਬਿਧੀ ਚੰਦ ਅਤੇ ਭਾਈ ਜੇਠਾ ਜੀ ਨੂੰ ਕਾਂਸ਼ੀ ਵਿੱਚ ਭੇਜਿਆ। ਕਾਂਸ਼ੀ ਦੇ ਰਾਜੇ ਦੇ ਨਾਂ 'ਤੇ ਹੁਕਮ ਵੀ ਲਿਖਿਆ ਕਿ ਤੇਰੀ ਨਗਰੀ ਵਿੱਚ ਇੱਕ ਗੁਰਦਾਸ ਨਾਮ ਦਾ ਸਾਡਾ ਚੋਰ ਰਹਿ ਰਿਹਾ, ਉਹਨੂੰ ਪਕੜ ਕੇ ਤੇ ਮੁਸ਼ਕਾਂ ਬੰਨ੍ਹ ਕੇ ਸਾਡੇ ਸਿੱਖਾਂ ਦੇ ਹਵਾਲੇ ਕਰ ਦਿੱਤਾ ਜਾਵੇ। ਇਹ ਸਿੱਖ ਜਦੋਂ ਕਾਂਸ਼ੀ ਪਹੁੰਚੇ ਤੇ ਕਾਂਸ਼ੀ ਦੇ ਰਾਜੇ ਨੂੰ ਮਿਲੇ ਤੇ ਰਾਜੇ ਨੇ ਗੁਰੂ ਜੀ ਦਾ ਹੁਕਮ ਮੰਨਦਿਆਂ ਸਾਰੇ ਸ਼ਹਿਰ 'ਚ ਢੰਡੋਰਾ ਫਿਰਵਾ ਦਿੱਤਾ ਕਿ ਸਿੱਖਾਂ ਨੂੰ ਮਹਿਮਾਨਖਾਨੇ ਵਿੱਚ ਸਤਿਕਾਰ ਨਾਲ ਨਿਵਾਸ ਕਰਾਇਆ ਅਤੇ ਕਿਹਾ ਕਿ ਚੋਰ ਮਿਲਦੀਆਂ ਹੀ ਤੁਹਾਡੇ ਹਵਾਲੇ ਕਰ ਦੇਵਾਂਗਾ। ਇਹ ਢੰਡੋਰੇ ਦੀ ਆਵਾਜ਼ ਚੇਤਨ ਮੱਠ ਵਿੱਚ ਭਾਈ ਗੁਰਦਾਸ ਜੀ ਦੇ ਕੰਨਾਂ ਵਿੱਚ ਵੀ ਪਈ। ਇਹ ਆਵਾਜ਼ ਸੁਣ ਕੇ ਭਾਈ ਗੁਰਦਾਸ ਜੀ ਨੂੰ ਕੁਝ ਹੌਸਲਾ ਹੋਇਆ ਕਿ ਗੁਰੂ ਜੀ ਦੇ ਮਿਲਾਪ ਦਾ ਸਮਾਂ ਨੇੜੇ ਆ ਗਿਆ। ਉਹ ਕਾਹਲੀ ਨਾਲ ਕਾਂਸ਼ੀ ਦੇ ਰਾਜੇ ਨੂੰ ਆ ਕੇ ਮਿਲੇ ਅਤੇ ਪੁੱਛਿਆ ਕਿ ਢੰਡੋਰਾ ਕਿਸ ਲਈ ਹੈ। ਰਾਜੇ ਨੇ ਦੱਸਿਆ ਕਿ ਗੁਰੂ ਜੀ ਦਾ ਹੁਕਮ ਆਇਆ ਹੈ ਕਿ ਕੋਈ ਗੁਰਦਾਸ ਨਾਮ ਦਾ ਚੋਰ ਮੇਰੀ ਨਗਰੀ ਵਿੱਚ ਆਇਆ ਹੈ। ਤਾਂ ਭਾਈ ਗੁਰਦਾਸ ਜੀ ਹੱਸ ਕੇ ਕਹਿਣ ਲੱਗੇ ਕਿ ਜੇਕਰ ਮੈਂ ਚੋਰ ਪਕੜਾਉਣ ਵਿੱਚ ਤੁਹਾਡੀ ਮਦਦ ਕਰ ਦੇਵਾਂ ਤਾਂ ਰਾਜੇ ਨੇ ਕਿਹਾ ਕਿ ਇਸ ਤੋਂ ਚੰਗੀ ਹੋਰ ਕਿਹੜੀ ਗੱਲ ਹੋਵੇਗੀ, ਮੈਂ ਚੋਰ ਨੂੰ ਪਕੜਾ ਕੇ ਗੁਰੂ ਜੀ ਦੀ ਖੁਸ਼ੀ ਪ੍ਰਾਪਤ ਕਰਾਂਗਾ। ਤਾਂ ਭਾਈ ਗੁਰਦਾਸ ਜੀ ਨੇ ਕਿਹਾ ਕਿ ਗੁਰੂ ਦਾ ਚੋਰ ਮੈਂ ਹੀ ਹਾਂ ਰਾਜੇ। ਰਾਜਾ ਇਸ ਗੱਲ 'ਤੇ ਹੈਰਾਨ ਹੋ ਕੇ ਕਹਿਣ ਲੱਗਾ ਕਿ ਇਹ ਨਹੀਂ ਹੋ ਸਕਦਾ। ਭਾਈ ਗੁਰਦਾਸ ਜੀ ਨੇ ਕਿਹਾ ਕਿ ਜੋ ਸਿੱਖ ਸੁਨੇਹਾ ਲੈ ਕੇ ਆਏ ਨੇ ਉਹਨਾਂ ਨੂੰ ਬੁਲਾਓ, ਤੁਹਾਨੂੰ ਪਤਾ ਚੱਲ ਜਾਵੇਗਾ। ਤਾਂ ਰਾਜੇ ਨੇ ਉਹ ਦੋਵੇਂ ਸਿੱਖ ਬੁਲਾਏ। ਫਿਰ ਭਾਈ ਗੁਰਦਾਸ ਜੀ ਅਤੇ ਉਹ ਦੋਵੇਂ ਸਿੱਖ ਗਲਵੱਕੜੀ ਪਾ ਕੇ ਮਿਲੇ ਅਤੇ ਭਾਈ ਸਾਹਿਬ ਜੀ ਦੀਆਂ ਅੱਖਾਂ ਵਿੱਚ ਪਿਆਰ ਦੇ ਹੰਝੂ ਆ ਗਏ ਕਿ ਸ਼ੁਕਰ ਹੈ ਤੁਹਾਡੇ ਦਰਸ਼ਨਾਂ ਤੋਂ ਇਹ ਸਿੱਧ ਹੋ ਗਿਆ ਹੈ ਕਿ ਹੁਣ ਵਿਛੋੜੇ ਦੀਆਂ ਕਾਲੀਆਂ ਘਟਾਵਾਂ ਦੇ ਖਤਮ ਹੋਣ ਦਾ ਸਮਾਂ ਆਣ ਪਹੁੰਚਿਆ ਹੈ। ਉਹ ਸੰਗਤਾਂ ਸਮੇਤ ਜਦੋਂ ਕਾਸ਼ੀ ਤੋਂ ਤੁਰਨ ਲੱਗੇ ਤਾਂ ਭਾਈ ਗੁਰਦਾਸ ਜੀ ਨੇ ਕਿਹਾ ਕਿ ਗੁਰੂ ਜੀ ਦੇ ਹੁਕਮ ਅਨੁਸਾਰ ਮੇਰੀਆਂ ਮੁਸ਼ਕਾਂ ਬੰਨ੍ਹ ਦੇਵੋ। ਤਾਂ ਭਾਈ ਬਿਧੀ ਚੰਦ ਅਤੇ ਭਾਈ ਜੇਠਾ ਜੀ ਨੇ ਕਿਹਾ ਕਿ ਸਫ਼ਰ ਬਹੁਤ ਲੰਮੇਰਾ ਹੈ, ਮੁਸ਼ਕਾਂ ਬੰਨ੍ਹੀਆਂ ਰਸਤੇ 'ਚ ਬਹੁਤ ਦੇਰ ਲੱਗ ਜਾਵੇਗੀ, ਤੁਹਾਡੇ ਕੋਲੋਂ ਤੁਰਿਆ ਨਹੀਂ ਜਾਵੇਗਾ। ਅਸੀਂ ਅੰਮ੍ਰਿਤਸਰ ਦੀ ਜੂਹ ਵਿੱਚ ਜਾ ਕੇ ਤੁਹਾਡੀਆਂ ਮੁਸ਼ਕਾਂ ਬੰਨ੍ਹ ਲਵਾਂਗੇ, ਜਿਸ ਨਾਲ ਗੁਰੂ ਦਾ ਬਚਨ ਵੀ ਮੰਨਿਆ ਜਾਵੇਗਾ ਅਤੇ ਸਫ਼ਰ ਵੀ ਸੌਖਾ ਹੋ ਜਾਵੇਗਾ। ਤਾਂ ਭਾਈ ਗੁਰਦਾਸ ਜੀ ਨੇ ਕਿਹਾ ਕਿ ਤੁਹਾਡੇ ਦੁਆਰਾ ਮੈਨੂੰ ਗੁਰੂ ਦਾ ਹੁਕਮ ਮਿਲਿਆ, ਤੁਸੀਂ ਗੁਰੂ ਦੇ ਨਿਵਾਜੇ ਹੋਏ ਗੁਰੂ ਦੇ ਦਰ ਤੋਂ ਆਏ ਹੋ, ਜਿਵੇਂ ਤੁਸੀਂ ਠੀਕ ਸਮਝੋ ਉਵੇਂ ਤੁਸੀਂ ਲੈ ਚੱਲੋ। ਫਿਰ ਤੁਰਦੇ ਹੋਏ ਜਦੋਂ ਭਾਈ ਗੁਰਦਾਸ ਜੀ 700 ਸ਼ਰਧਾਲੂਆਂ ਸਮੇਤ ਸ੍ਰੀ ਅੰਮ੍ਰਿਤਸਰ ਦੀ ਜੂਹ ਦੇ ਵਿੱਚ ਪਹੁੰਚੇ, ਤਦੋਂ ਜੂਹ ਤੋਂ ਬਾਹਰ ਭਾਈ ਗੁਰਦਾਸ ਜੀ ਨੂੰ ਮੁਸ਼ਕਾਂ ਬੰਨ੍ਹ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਗੁਰੂ ਜੀ ਦੀ ਹਾਜ਼ੂਰੀ ਵਿੱਚ ਪੇਸ਼ ਕੀਤਾ ਗਿਆ। ਤਦ ਸਾਰੀ ਸੰਗਤ ਦੇ ਵਿੱਚ ਬੈਠੇ ਹੋਇਆਂ ਸਤਿਗੁਰਾਂ ਨੇ ਭਾਈ ਗੁਰਦਾਸ ਜੀ ਤੋਂ ਪ੍ਰਸ਼ਨ ਰੂਪ ਦੇ ਵਿੱਚ ਪੁੱਛਿਆ ਕਿ ਹੁਣ ਦੱਸੋ ਭਾਈ ਸਾਹਿਬ ਜੀ, ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਪਰ ਭਾਈ ਗੁਰਦਾਸ ਜੀ ਨੀਵੀਂ ਪਾ ਕੇ ਖੜੇ ਰਹੇ ਅਤੇ ਕੁਝ ਵੀ ਨਾ ਬੋਲੇ। ਗੁਰੂ ਜੀ ਨੇ ਦੂਸਰੀ ਵਾਰ ਫਿਰ ਉਹੀ ਬਚਨ ਦੁਹਰਾਏ, ਪਰ ਭਾਈ ਸਾਹਿਬ ਜੀ ਫਿਰ ਵੀ ਨੀਵੀਂ ਪਾ ਕੇ ਖੜੇ ਰਹੇ। ਜਦੋਂ ਸਤਿਗੁਰਾਂ ਨੇ ਤੀਸਰੀ ਵਾਰ ਉਹੀ ਬਚਨ ਦੁਹਰਾਏ ਕਿ ਤੁਸੀਂ ਹੀ ਕਿਹਾ ਸੀ ਕਿ ਜੇ ਗੁਰੂ ਸਾਂਗ ਵਰਤਾ ਦੇਵੇ ਤਾਂ ਸਿੱਖ ਨੂੰ ਸਿਦਕ ਨਹੀਂ ਹਾਰਨਾ ਚਾਹੀਦਾ, ਫਿਰ ਉਸ ਵੇਲੇ ਤੁਹਾਡਾ ਸਿਦਕ ਕਿੱਥੇ ਗਿਆ ਸੀ ਭਾਈ ਸਾਹਿਬ? ਜੇਕਰ ਸਿਦਕ ਵੇਖਣਾ ਹੈ ਤਾਂ ਇਹ ਤੁਹਾਡੇ ਦੋ ਸਾਥੀ ਮੁਨਸ਼ੀ ਦੁਨੀ ਚੰਦ ਅਤੇ ਭਾਈ ਗੁਰਦਿੱਤੇ ਵੱਲ ਦੇਖੋ। ਇਹ ਹੈ ਅਸਲੀ ਸਿੱਖ ਭਾਈ ਗੁਰਦਿੱਤਾ ਜੀ, ਜਿਨ੍ਹਾਂ ਦੇ ਪੁੱਤਰ ਦਾ ਸੁਨੇਹਾ ਆਇਆ ਕਿ ਪੁੱਤਰ ਚੜ੍ਹਾਈ ਕਰ ਗਿਆ ਹੈ। ਚੋਰ ਚੋਰੀ ਕਰਨ ਆਏ, ਸਮਾਨ ਵੀ ਲੁੱਟ ਕੇ ਲੈ ਗਏ ਅਤੇ ਪੁੱਤਰ ਵੀ ਮਾਰ ਗਏ।
ਤੇ ਇੱਕ ਚੋਰ ਪਕੜਿਆ, ਪਰ ਇਹ ਵੇਖੋ ਸੰਸਕਾਰ ਕਰਨ ਨਹੀਂ ਗਏ ਤੇ ਨਾ ਚੋਰ ਦੀ ਪਕੜਾਈ ਬਾਰੇ ਕੋਈ ਸਖਤੀ ਵਰਤਾਈ। ਦੁਨੀ ਚੰਦ ਦੇਖੋ, ਜਿਸ ਦੀ ਘਰ ਵਾਲੀ ਬਾਰੇ ਸੁਨੇਹਾ ਆਇਆ ਕਿ ਉਹ ਬਿਮਾਰ ਹੈ, ਫਿਰ ਸੁਨੇਹਾ ਪਹੁੰਚਿਆ ਕਿ ਪੁੱਤਰ ਚੜ੍ਹਾਈ ਕਰ ਗਿਆ, ਉਹਦੇ ਵਿਯੋਗ ਵਿੱਚ ਘਰ ਵਾਲੀ ਵੀ ਚੜ੍ਹਾਈ ਕਰ ਗਈ, ਪਰ ਫਿਰ ਵੀ ਇਹ ਘਰ ਨਹੀਂ ਗਏ। ਇਹਨਾਂ ਵੱਲ ਵੇਖੋ ਅਸਲੀ ਸਿੱਧਕੀ ਸਿੱਖ ਨੇ। ਤਦੋਂ ਭਾਈ ਗੁਰਦਾਸ ਜੀ ਨੇ ਸਤਿਗੁਰਾਂ ਵੱਲ ਚੀਰਾ ਕਰਦੀਆਂ ਹੰਝੂਆਂ ਨਾਲ ਸੇਜਲ ਹੋਈਆਂ ਅੱਖਾਂ ਤੇ ਥਿੜਥੜਾਉਂਦੀ ਆਵਾਜ਼ ਵਿੱਚ ਪਹਿਲਾਂ ਕਹੇ ਹਉਮੈ ਵਾਲੇ ਬਚਨਾਂ ਦੀ ਦਰੁਸਤੀ ਕਰਦੀਆਂ ਇਹ ਬਚਨ ਉਚਾਰੇ। ਜੇ ਮਾਉ ਪੁੱਤੈ ਵਿਸਦੇ ਤਿਸ ਤੇ ਕਿਸ ਪਿਆਰਾ। ਜੇ ਮਾਂ ਹੀ ਪੁੱਤ ਨੂੰ ਜ਼ਹਿਰ ਦੇਵੇ ਤਾਂ ਦੱਸੋ ਮਾਂ ਤੋਂ ਹੋਰ ਕੌਣ ਵੱਧ ਪਿਆਰ ਕਰਨ ਵਾਲਾ ਹੈ ਪੁੱਤਰ ਨੂੰ। ਫਿਰ ਪੁੱਤਰ ਕਿਵੇਂ ਬਚੇਗਾ, ਉਹ ਚੜ੍ਹਾਈ ਕਰੇਗਾ ਹੀ। ਜੇ ਘਰ ਭੰਨੈ ਪਾਹਰੂ ਕੌਣ ਰੱਖਣ ਹਾਰਾ। ਜੇ ਪਹਿਰੇਦਾਰੀ ਘਰ ਨੂੰ ਭੰਨੇ, ਚੋਰੀ ਕਰੇ, ਤਾਂ ਦੱਸੋ ਕੌਣ ਹੈ ਜਿਹੜਾ ਰੱਖ ਸਕਦਾ। ਬੱਸ ਸਟੈਂਡ 43 ਦੇ ਲਾਗੇ ਕਜਹੇੜੀ ਪਿੰਡ ਵਿੱਚ ਇੱਕ ਬਜ਼ੁਰਗ ਜੋੜਾ ਘਰ ਦੇ ਵਿੱਚ ਨੌਕਰ ਰੱਖਿਆ, ਨਾਲੇ ਤਾਂ ਚੋਰੀ ਕਰ ਲਈ, ਨਾਲੇ ਉਹ ਜੋੜੇ ਨੂੰ ਮਾਰ ਦਿੱਤਾ। ਉਹ ਬਜ਼ੁਰਗ ਜੋੜੇ ਦੀ ਯਾਦ ਵਿੱਚ ਹਰ ਸਾਲ ਅੱਖਾਂ ਦਾ ਫ੍ਰੀ ਕੈਂਪ ਲਾਇਆ ਜਾਂਦਾ। ਮੈਨੂੰ ਤਾਂ ਪਤਾ ਹੈ ਵੀ ਉਹ ਨੌਕਰ ਨੇ ਮਾਰੇ ਸੀਗੇ। ਦੱਸੋ ਪਹਿਰੇਦਾਰ ਘਰ ਦੇ ਵਿੱਚ ਨੌਕਰ ਹੀ ਜੇ ਇਸ ਤਰ੍ਹਾਂ ਕਰੇ ਫਿਰ ਕੌਣ ਰੱਖ ਸਕਦਾ ਹੈ, ਕਿਉਂਕਿ ਉਹਨੂੰ ਤਾਂ ਘਰ ਦਾ ਭੇਤ ਹੁੰਦਾ। ਬੇੜੀ ਡੋਬੈ ਪਤਨੀ ਗਿਉ ਪਾਰ ਉਤਾਰਾ। ਜੇ ਮਲਾਹ ਹੀ ਬੇੜੀ ਨੂੰ ਡੋਬ ਦੇਵੇ ਤਾਂ ਦੱਸੋ ਕਿਹੜਾ ਹੈ ਜਿਹੜਾ ਪਾਰ ਉਤਾਰ ਸਕਦਾ। ਮੈਨੂੰ ਯਾਦ ਹੈ ਇੱਕ ਖਬਰ ਸੁਣੀ ਸੀ, ਬਰਾਤੀਆਂ ਨੇ ਡਰਾਈਵਰ ਨੂੰ ਕੁੱਟ ਸੁੱਟਿਆ। ਡਰਾਈਵਰ ਨਾਲ, ਲਾਂਗਰੀ ਨਾਲ ਤੇ ਪਹਿਰੇਦਾਰ ਨਾਲ ਕਦੀ ਵੀ ਨਾ ਵਿਗਾੜੋ, ਘਰ ਵਾਲੀ ਨਾਲ ਵੀ ਕਦੀ ਨਾ ਵਿਗਾੜੋ। ਇਹ ਚਨਾਕਾ ਰਾਜਨੀਤੀ ਵਿੱਚ ਲਿਖਿਆ ਹੋਇਆ ਹੈ। ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਸੁਖਾਲਾ ਜੀਉਣਾ ਚਾਹੁੰਦੇ ਹੋ ਤੇ ਇਹਨਾਂ ਲੋਕਾਂ ਨੂੰ ਕਦੀ ਗੁੱਸੇ ਨਾ ਕਰੋ। ਜੇ ਗੁੱਸੇ ਹੋ ਗਏ ਫਿਰ ਤੁਹਾਡੀ ਜਾਨ ਨਹੀਂ ਬਚ ਸਕਦੀ, ਤੁਹਾਡੀ ਜਾਨ ਵੀ ਖਤਰੇ ਵਿੱਚ ਹੈ। ਉਹ ਡਰਾਈਵਰ ਨੂੰ ਚੜ੍ਹਿਆ ਗੁੱਸਾ ਵੀ ਮੈਂ ਤਾਂ ਮਰਨਾ ਹੀ ਹਾਂ। ਉਹਨੇ ਸਟੀਅਰਿੰਗ ਘੁਮਾ ਕੇ ਜਿਹੜਾ ਹਰੀਕੇ ਹੈਡ ਹੈ ਉਹ ਨਹਿਰਾਂ 'ਚ ਬੱਸ ਸੁੱਟ ਦਿੱਤੀ। ਆਪ ਤਾਂ ਗੁੱਸੇ 'ਚ ਗਿਆ ਹੀ, ਪੂਰੀ ਦੀ ਪੂਰੀ ਬਰਾਤ, ਜਿੰਨੇ ਵੀ ਬਰਾਤੀ ਬੱਸ ਦੇ ਨਾਲ ਡੋਬ ਸੁੱਟੇ। ਕਰ ਲਓ ਗੁੱਸਾ। ਤਾਂ ਇਸ ਤਰ੍ਹਾਂ ਜਿਹੜਾ ਡਰਾਈਵਰ ਹੈ, ਬੱਸ ਨੂੰ ਚਲਾਉਣ ਵਾਲਾ ਹੈ ਜਾਂ ਬੇੜੀ ਦਾ ਮੁਲਾਹ ਹੈ, ਜੇ ਆਪ ਹੀ ਬੇੜੀ ਡੋਬ ਦੇ ਤਾਂ ਦੱਸੋ ਕਿਹੜਾ ਪਾਰ ਉਤਾਰ ਸਕਦਾ। ਆਗੂ ਲੈ ਉਜੜ ਪਵੇ ਕਿਸ ਕਰੇ ਪੁਕਾਰੈ। ਜੇ ਜਥੇ ਦਾ ਆਗੂ ਹੀ ਲੈ ਕੇ ਉਜਾੜ ਦੇ ਵਿੱਚ ਚਲਿਆ ਜਾਵੇ ਤਾਂ ਦੱਸੋ ਉਹ ਜਥੇ ਵਾਲੇ ਕਿਹਦੇ ਕੋਲ ਪੁਕਾਰ ਕਰਨਗੇ। ਮੁੰਡੇ ਸਾਡੇ ਇੱਥੇ ਤਾਂ ਕੰਮ ਕਰਦੇ ਕੋਈ ਨਹੀਂ, ਸਗੋਂ ਕਿ ਨਸ਼ਿਆਂ ਤੇ ਵਿਸ਼ਿਆਂ 'ਚ ਆਪਣੇ ਪਿਓ ਦੀ ਕਮਾਈ ਨੂੰ ਉਜਾੜਦੇ ਨੇ। ਰਹਿੰਦਾ ਖੁੰਦਾ ਬਾਹਰਲੇ ਦੇਸ਼ਾਂ ਨੂੰ ਮੂੰਹ ਕਰ ਬੈਠਦੇ ਤੇ ਏਜੰਟਾਂ ਦੇ ਢਾਈ ਚੜ੍ਹ ਕੇ ਆਪ ਤਾਂ ਮਰਨਾ, ਘਰਦਿਆਂ ਨੂੰ ਵੀ ਬਰਬਾਦ ਕਰ ਸੁੱਟਦੇ। ਇੱਕ ਮਾਲਟਾ ਕਾਂਡ ਹੋਇਆ ਸੀ, ਮਾਲਟਾ ਕਾਂਡ, ਵੀ ਨੌਜਵਾਨਾਂ ਦੇ ਪੈਸੇ ਮੋੜਨੇ ਨਾ ਪੈਣ, ਅੱਗੇ ਕੋਈ ਰਾਹ ਨਹੀਂ ਸੀ। ਉਹ ਪੂਰੇ ਦਾ ਪੂਰਾ ਬੇੜਾ ਹੀ ਪੰਜਾਬੀ ਨੌਜਵਾਨਾਂ ਦਾ ਏਜੰਟਾਂ ਨੇ ਡੁੱਬ ਸੁੱਟਿਆ। ਤੇ ਅਮਰੀਕਾ ਜਾਣ ਦੀ ਇੰਨੀ ਦੌੜ, ਸਾਡੇ ਸਿਰ ਉੱਪਰ ਭੂਤ ਸਵਾਰ ਹੋਇਆ ਪਿਆ। ਰਸਤੇ ਦੇ ਜੰਗਲਾਂ ਦੇ ਵਿੱਚ ਹੀ ਕਈ ਖੇਹ ਖਰਾਬ ਹੋ ਜਾਂਦੇ, ਭੁੱਖਣ ਭਾਣੇ ਡਿੱਗ ਕੇ ਚੜ੍ਹਾਈ ਕਰ ਜਾਂਦੇ ਤੇ ਕਈ ਰਸਤੇ ਦੇ ਵਿੱਚ ਰੁਲਦੇ ਰਹਿੰਦੇ। ਇਉਂ ਬਹੁਤ ਬੁਰੀ ਹਾਲਤ ਹੋਈ ਪਈ ਹੈ ਪੰਜਾਬੀ ਨੌਜਵਾਨਾਂ ਦੀ। ਬਾਹਰ ਦੇ ਨਾਂ 'ਤੇ ਬੜੀ ਲੁੱਟ ਖਸੁੱਟ ਹੋ ਰਹੀ ਹੈ। ਜਿਹੜਾ ਆਗੂ ਹੈ ਵਿਸ਼ਵਾਸ ਦੇ ਕੇ
ਤੇ ਅੱਗੇ ਨੂੰ ਲਿਜਾਣ ਵਾਲਾ ਸਮਝ ਲਓ ਏਜੰਟ ਹੈ, ਜੇ ਉਹੀ ਲੈ ਕੇ ਉਜਾੜ ਦੇ ਵਿੱਚ ਪੈ ਜਾਏ ਤਾਂ ਦੱਸੋ ਕਿਹਦੇ ਕੋਲ ਪੁਕਾਰ ਕਰ ਸਕਦੇ। ਜੇ ਕਰ ਖੇਤੈ ਖਾਈ ਵਾੜ ਕੋ ਲਹੈ ਨ ਸਾਰਾ, ਜੇ ਵਾੜ ਹੀ ਖੇਤ ਨੂੰ ਖਾ ਜਾਵੇ ਤਾਂ ਦੱਸੋ ਕੌਣ ਸਾਰ ਲਵੇ, ਕੋਈ ਸਾਰ ਨਹੀਂ ਲੈ ਸਕਦਾ। ਜੇ ਗੁਰ ਪਰਮਾਏ ਸਾਂਗ ਕਰ ਕਿਆ ਸਿੱਖ ਵਿਚਾਰਾ, ਜੇ ਗੁਰੂ ਸਾਹਿਬ ਸਾਂਗ ਕਰਕੇ ਪ੍ਰਮਾਉਣ ਤਾਂ ਵਿਚਾਰਾ ਸਿੱਖ ਕੀ ਹੈ ਕਿ ਜੇ ਗੁਰੂ ਜੀ ਪ੍ਰਮਾਉਣ ਦੇ ਸਿੱਖ ਪਰਮੇ ਨਾ। ਇਹ 35ਵੀਂ ਵਾਰ ਦੀ 22ਵੀਂ ਪੌੜੀ 'ਚ ਭਾਈ ਸਾਹਿਬ ਨੇ ਬੜੇ ਨਿਮਰਤਾ ਭਰੇ ਬਚਨ ਉਚਾਰੇ। ਫਿਰ ਗੁਰੂ ਜੀ ਨੇ ਖੁਦ ਆਪ ਉੱਠ ਕੇ ਭਾਈ ਸਾਹਿਬ ਜੀ ਦੀਆਂ ਮੁਸ਼ਕਾਂ ਖੋਲ੍ਹੀਆਂ ਅਤੇ ਆਪਣੀ ਗੱਲ ਨਾਲ ਲਾਇਆ। ਧੰਨ ਬਾਬਾ ਬੁੱਢਾ ਜੀ ਅਤੇ ਹੋਰ ਸਿਆਣੇ ਸਿੱਖਾਂ ਨੇ ਪੁੱਛਿਆ ਕਿ ਗੁਰੂ ਜੀ ਇਤਨੀ ਛੋਟੀ ਜਿਹੀ ਗਲਤੀ ਦੀ ਤੁਸੀਂ ਇਤਨੀ ਵੱਡੀ ਸਜ਼ਾ ਕਿਉਂ ਦਿੱਤੀ ਜੀ? 1 ਸਾਲ ਭਰ ਉੱਥੇ ਵੇਖੋ ਕਾਂਸ਼ੀ ਦੇ ਵਿੱਚ ਇਹ ਤੁਹਾਡੇ ਤੋਂ ਵਿਛੜੇ ਰਹੇ। ਤਾਂ ਸਤਿਗੁਰੂ ਜੀ ਨੇ ਕਿਹਾ ਕਿ ਜਿਵੇਂ ਸੁਨਿਆਰਾ ਸੋਨੇ ਵਿੱਚ ਥੋੜ੍ਹੀ ਜਿਹੀ ਵੀ ਖੋਟ ਬਰਦਾਸ਼ਤ ਨਹੀਂ ਕਰਦਾ ਅਤੇ 12 ਮੰਨੀ ਦਾ ਸ਼ੁੱਧ ਸੋਨਾ ਬਣਾਉਣ ਲਈ ਵਾਰ-ਵਾਰ ਉਸ ਨੂੰ ਅੱਗੋਂ ਪਰਤਾ ਦਿੰਦਾ ਹੈ, ਇਉਂ ਕਸੌਟੀ ਦਾ ਹਤਾ ਦੇ ਕੇ ਗੁਰੂ ਸਿੱਖ ਨੂੰ ਸ਼ੁੱਧ ਬਣਾਉਂਦਾ ਹੈ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੋ ਸਹੈ ਜੋ ਮਰਜੀਵਾ ਹੋਏ। ਇਸੇ ਪ੍ਰਕਾਰ ਗੁਰੂ ਜੀ ਨੂੰ ਵੀ ਸਿੱਖੀ ਵਿੱਚ ਕੋਈ ਖੋਟ ਪ੍ਰਮਾਣ ਨਹੀਂ ਹੈ। ਖੋਟ ਤਾਂ ਖੋਟ ਹੀ ਹੈ, ਭਾਵੇਂ ਥੋੜ੍ਹੀ ਜਾਂ ਬਹੁਤੀ ਹੋਵੇ। ਇਸ ਲਈ ਮੈਂ ਚਾਹੁੰਦਾ ਕਿ ਭਾਈ ਗੁਰਦਾਸ ਸਾਹਿਬ ਜੀ ਵਰਗੇ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਰੀ ਗੁਰਮਤਿ ਦੇ ਮਹਾਨ ਫਿਲਾਸਫਰ, ਮਹਾਨ ਕਥਾਵਾਚਕ ਦੁਨੀਆ ਨੂੰ ਸਿੱਖਿਆ ਦੇ ਕੇ ਗੁਰੂ ਦੇ ਲੜ ਲਾਉਣ ਵਾਲੇ ਕਿ ਮੇਰੇ ਸਿੱਖ ਵਿੱਚ ਸਿੱਖੀ 12 ਮੰਨੀ ਦੀ ਸੋਨੇ ਵਾਂਗ ਸ਼ੁੱਧ ਹੋਵੇ। ਇਹਨਾਂ ਵਰਗੇ ਸਿੱਖ ਜੇ ਇਹ ਛੋਟੀ ਜਿਹੀ ਗਲਤੀ ਕਰਨਗੇ ਦੂਜਿਆਂ 'ਚੋਂ ਵੱਡੀ ਬਣ ਜਾਏਗੀ, ਕਿਉਂਕਿ ਇਹਨਾਂ ਤੋਂ ਸਿੱਖਿਆ ਲੈ ਕੇ ਤਾਂ ਦੁਨੀਆ ਨੇ ਸਿੱਧੇ ਰਸਤੇ ਪੈਣਾ। ਸੋ ਇਸ ਪ੍ਰਕਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਸੁਪਨੇ ਵਿੱਚ ਵੀ ਸਤਿਗੁਰਾਂ ਦੇ ਦਰਸ਼ਨ ਕਰਕੇ ਉਹਨਾਂ ਦੇ ਸਰੂਪ ਤੋਂ ਬਲਿਹਾਰ ਕੁਰਬਾਨ ਜਾਂਦੇ ਸਨ। ਸਤਿਗੁਰੂ ਮੂਰਤ ਕੋ ਬਲ ਜਾਓ, ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਅੰਤਰ ਪਿਆਸਾ ਚਾਤਰਕ ਜਉ ਝਲਕੀ, ਜਿਵੇਂ ਬੰਬੀਹੇ ਦੇ ਅੰਦਰ ਸਵੰਤੀ ਰੂਪ ਸਵੰਤੀ ਬੂੰਦ ਰੂਪ ਪਾਣੀ ਦੀ ਪਿਆਸ ਤਰੇ ਹੁੰਦੀ ਹੈ, ਤਿਵੇਂ ਮੇਰੇ ਹਿਰਦੇ ਅੰਦਰ ਗੁਰੂ ਜਾਂ ਪ੍ਰਭੂ ਦੇ ਦਰਸ਼ਨਾਂ ਦੀ ਪਿਆਸ ਹੈ ਕਿ ਮੈਂ ਸਫਲ ਦਰਸ਼ਨ ਕਦ ਪਾਉ, ਸਹਿਤ ਗਿਆਨ ਫਲ ਦੇ ਕਦੋਂ ਗੁਰੂ ਜਾਂ ਪਰਮੇਸ਼ਰ ਦੇ ਦਰਸ਼ਨ ਦੀਦਾਰੇ ਪਾਉਣਾ ਕਰਾਂ। ਰਹਾਉ ਵਿਸ਼ਰਾਮ ਦੇ ਕੇ ਫੁਰਮਾਨ ਕਰਦੇ ਹਨ। ਇਸੇ ਪ੍ਰਕਾਰ ਅੰਤਰ ਪਿਆਸ ਚਾਤਰਕ ਜਉ ਝਲਕੀ, ਜਿਵੇਂ ਬਬੀਹੇ ਦੇ ਅੰਦਰ ਸਮਾਦ ਨਛੱਤਰ ਵਿੱਚ ਵਰਸੇ ਬੱਦਲ ਦੇ ਪਾਣੀ ਦੀ ਪਿਆਸ ਹੁੰਦੀ ਹੈ। ਉਂਝ ਭਾਵੇਂ ਨਦੀਆਂ ਸਮੁੰਦਰ ਤਲਾਬ ਆਦਿਕ ਪਾਣੀ ਦੇ ਭਰੇ ਹੋਏ ਹਨ, ਪਰ ਉਸ ਦੀ ਇਹਨਾਂ ਵਿੱਚੋਂ ਪਾਣੀ ਪੀਣ ਨਾਲ ਤ੍ਰਿਪਤੀ ਨਹੀਂ ਹੁੰਦੀ, ਕਿਉਂਕਿ ਜੇ ਬੰਬੀਹਾ ਉੱਥੋਂ ਪਾਣੀ ਪੀ ਵੀ ਲਵੇ ਤਾਂ ਉਸ ਦੇ ਗਲ ਵਿੱਚ ਛੇਕ ਹੋਣ ਕਾਰਨ ਉਹ ਪਾਣੀ ਬਾਹਰ ਨਿਕਲ ਜਾਂਦਾ ਹੈ। ਇਸੇ ਪ੍ਰਕਾਰ ਜਗਿਆਸੂ ਰੂਪ ਬੰਬੀਹੇ ਦੇ ਅੰਦਰ ਗੁਰੂ ਉਪਦੇਸ਼ ਰੂਪ ਸਵੰਤੀ ਬੂੰਦ ਰੂਪ ਪਾਣੀ ਦੀ ਤ੍ਰੇ ਲੱਗੀ ਹੁੰਦੀ ਹੈ। ਉਂਝ ਭਾਵੇਂ ਵੇਦ ਸ਼ਾਸਤਰ ਸਿਮਰਤੀਆਂ ਆਦਿਕ ਸਾਰੇ ਗਿਆਨ ਰੂਪ ਪਾਣੀ ਨਾਲ ਭਰੇ ਹੋਏ ਨੇ, ਪਰ ਉਸ ਦੀ ਗੁਰੂ ਉਪਦੇਸ਼ ਰੂਪ ਸਵੰਤੀ ਬੂੰਦ ਤੋਂ ਬਿਨਾਂ ਤ੍ਰਿਪਤੀ ਨਹੀਂ ਹੁੰਦੀ ਹੈ। ਜੇਕਰ ਜਗਿਆਸੂ ਰੂਪ ਬੰਬੀਹਾ ਉੱਥੋਂ ਗਿਆਨ ਰੂਪ ਪਾਣੀ ਪੀ ਵੀ ਲਵੇ ਤਾਂ ਵੀ ਉਹਦੀ ਤ੍ਰਿਪਤੀ ਨਹੀਂ ਹੁੰਦੀ। ਭਾਵ ਜਗਿਆਸੂ ਰੂਪ ਬੰਬੀਹਾ ਇੱਕ ਕੰਨ ਰਾਹੀਂ ਸੁਣ ਕੇ ਦੂਸਰੇ ਕੰਨ ਰਾਹੀਂ ਬਾਹਰ ਕੱਢ ਦਿੰਦਾ ਹੈ, ਅਰਥਾਤ ਹਿਰਦੇ ਵਿੱਚ ਨਹੀਂ ਵਸਾਉਂਦਾ। ਸਫਲ ਦਰਸ਼ਨ ਕਦ ਪਾਉ,
ਮੇਰੇ ਹਿਰਦੇ ਅੰਦਰ ਪਰਮੇਸ਼ਰ ਦੇ ਦਰਸ਼ਨ ਦੀਦਾਰੀਆਂ ਦੀ ਪਿਆਸ ਹੈ। ਦਰਸ਼ਨ ਪਿਆਸੀ ਦਿਨਸ ਰਾਤ, ਚਿਤਵੋਂ ਅਣਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਕਿ ਪਰਮੇਸ਼ਰ ਦੇ ਦਰਸ਼ਨ ਦੀਦਾਰੇ ਮੈਂ ਕਦ ਪਾਉਣਾ ਕਰਾਂ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਹਨ। ਅਨਾਥਾ ਕੋ ਨਾਥ, ਇਹ ਪਰਮੇਸ਼ਰ ਤੂੰ ਗਰੀਬਾਂ ਬੇਆਸਰਿਆਂ ਯਤੀਮਾਂ ਦਾ ਸੁਆਮੀ ਮਾਲਕ ਹੈ। ਸਰਬ ਪ੍ਰਤਪਾਲਕ, ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ। ਜਿਵੇਂ ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਆਪ ਦਾ ਸੀਸ ਬਲੀਦਾਨ ਦੇ ਕੇ ਕਈ ਯਤੀਮਾਂ ਨੂੰ, ਕਈ ਹਿੰਦੁਸਤਾਨੀ ਬੱਚਿਆਂ ਨੂੰ ਯਤੀਮ ਹੋਣ ਤੋਂ ਬਚਾ ਲਿਆ। ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਸਿਦਕ ਦਾ ਪੂਰਾ ਸਹੀ ਸਬੂਤ ਦਿੰਦੇ ਆ। ਆਪ ਜੀ ਦੇ ਪਿਤਾ ਜੀ ਨੂੰ ਖੁਦ ਆਪ ਬੇਨਤੀ ਕੀਤੀ ਕਿ ਮਹਾਰਾਜ ਮੈਂ ਯਤੀਮ ਹੋਣਾ ਮਨਜ਼ੂਰ ਕਰ ਲੈਂਦਾ, ਪਰ ਇਹਨਾਂ ਲੋਕਾਂ ਦੀ ਰੱਖਿਆ ਕਰੋ, ਇਹਨਾਂ ਦੇ ਬੱਚੇ ਯਤੀਮ ਹੋਣ ਤੋਂ ਬਚ ਜਾਣ। ਇਉਂ ਸਾਹਿਬ ਸਾਰਿਆਂ ਦੀ ਪਾਲਣਾ ਕਰਨ ਵਾਲੇ ਯਤੀਮਾਂ ਦੇ ਮਾਲਕ ਹਨ। ਭਗਤ ਵਚਲ ਹਰ ਨਾਉ, ਇਹ ਹਰੀ ਪਰਮੇਸ਼ਰ ਭਗਤੀ ਕਰਨ ਵਾਲੇ ਪੁਰਖਾਂ ਨੂੰ ਤੂੰ ਬਤਸ ਨਾਮ ਹੈ ਬੱਚੇ ਦਾ। ਜਿਸ ਤਰ੍ਹਾਂ ਗਾਂ ਬੱਚੇ ਨਾਲ ਪ੍ਰੇਮ ਕਰਦੀ ਹੈ, ਮਾਂ ਦਾ ਪੁੱਤ ਨਾਲ ਪ੍ਰੇਮ ਦਾ ਮਤਲਬ ਹੀ ਹੈ ਕਿ ਜਿਉਂ ਜਨਨੀ ਗਰਭ ਪਾਲਤੀ ਸੁਤ ਕੀ ਕਰ ਆਸ, ਵੱਡਾ ਹੋਏ ਧਨ ਖਾਟ ਦੇ ਕਰ ਭੋਗ ਬਿਲਾਸ। ਉਹਦੇ ਪਿੱਛੇ ਕਮਾਈ ਦਾ ਮਤਲਬ ਹੈ ਕਿ ਮੈਂ ਇਹਨੂੰ ਪਾਲਾਂਗੀ, ਇਹ ਫਿਰ ਮੇਰੀ ਮਦਦ ਕਰੇਗਾ। ਪਰ ਗਾਂ ਦਾ ਬੱਚੇ ਨਾਲ ਪਿਆਰ ਨਿਸ਼ਕਾਮਤਾ ਵਾਲਾ ਹੈ, ਉਹਨੂੰ ਕੋਈ ਬੱਚੇ ਤੋਂ ਮਤਲਬ ਨਹੀਂ ਹੈ। ਇਸ ਲਈ ਬਤਸ ਤੋਂ ਵਸ਼ਲ ਬਣਿਆ, ਵਤਸਲ ਤੋਂ ਵਤਸਲ ਤੋਂ ਵਛਲ, ਪਿਆਰ ਕਰਨ ਵਾਲਾ। हे ਮਹਾਰਾਜ ਤੇਰਾ ਨਾਮ ਹੈ, ਤੇਰਾ ਨਾਮ ਭਗਤਾਂ ਦਾ ਪਿਆਰਾ ਪਿਆ ਹੋਇਆ ਹੈ। ਜਾਂ ਕੋ ਕੋਈ ਨ ਰੱਖੈ ਪ੍ਰਾਣੀ, ਜਿਸ ਜੀਵਨ ਦੇ ਤਾਈਂ ਕੋਈ ਵੀ ਨਹੀਂ ਰੱਖ ਸਕਦਾ, ਤਿਸ ਤੂੰ ਦੇਹ ਅਸਰਾਉ, ਇਸ ਨੂੰ ਤੂੰ ਆਪਣਾ ਆਸਰਾ ਦੇ ਕੇ ਨਿਹਾਲ ਕਰ ਦਿੰਦਾ ਹੈ। ਨਿਧਰਿਆ ਧਾਰ, ਇਹ ਪਰਮੇਸ਼ਰ ਨੇ ਆਸਰੇ ਪੁਰਖਾਂ ਦਾ ਤੂੰ ਆਸਰਾ ਰੂਪ ਹੈ। ਨਿਗਤਿਆਂ ਗਤ, ਗਤ ਪ੍ਰਾਪਤੀ ਤੋਂ ਹੀਣਿਆਂ ਨੂੰ ਗੁਰਾਂ ਦੁਆਰਾ ਗਿਆਨ ਦੇ ਕੇ ਆਪਣੇ ਸਰੂਪ ਦੀ ਗਤ ਪ੍ਰਾਪਤੀ ਕਰਾਉਣ ਵਾਲਾ ਹੈ, ਜਾਂ ਨਿਗਤਿਆਂ ਨੂੰ ਮੁਕਤੀ ਦੇਣ ਵਾਲਾ ਹੈ। ਨੇ ਥਾਵਿਆ ਤੂ ਥਾਉ, ਅਤੇ ਸਰੂਪ ਰੂਪੀ ਥਾਂ ਤੋਂ ਹੀਣਿਆਂ ਨੂੰ ਤੂੰ ਸਰੂਪ ਦੀ ਪ੍ਰਾਪਤੀ ਰੂਪ ਥਾਂ ਦੇਣ ਵਾਲਾ ਹੈ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਜਦ ਜੁਲਾਈ ਦੀ ਖੱਡੀ ਨਾਲ ਅੜ ਕੇ ਡਿੱਗ ਪਏ ਸਨ ਤਾਂ ਪਾਣੀ ਕਰਕੇ ਉਹ ਖੱਡੀ ਦਿਖੀ ਨਹੀਂ। ਗੁਰੂ ਜੀ ਨੂੰ ਝਟਕਾ ਲੱਗਾ, ਪਰ ਫਿਰ ਵੀ ਮਹਾਰਾਜ ਸੰਭਲ ਗਏ, ਗਾਗਰ ਨਹੀਂ ਡੁੱਲਣ ਦਿੱਤੀ ਪਾਣੀ ਦੀ। ਜਦ ਆਵਾਜ਼ ਆਈ ਤਾਂ ਜੁਲਾਹੀ ਨੇ ਉੱਚੀ ਸਾਰੀ ਬੋਲਿਆ ਕਿ ਕੌਣ ਹੈ ਇਸ ਵਕਤ ਇੰਨੇ ਹਨੇਰੇ ਵਿੱਚ। ਤਾਂ ਜੁਲਾਹੀ ਨੇ ਬਾਹਰ ਵੇਖਿਆ, ਬਿਜਲੀ ਚਮਕਣ ਤੋਂ ਗੁਰੂ ਜੀ ਦਾ ਪਾਵਨ ਸਰੂਪ ਦਿਖਿਆ। ਉਹਨੇ ਸਤਿਗੁਰੂ ਜੀ ਦਾ ਛੋਟਾ ਨਾਮ ਲਿਆ, ਨਾ ਤਾਂ ਸ੍ਰੀ ਗੁਰੂ ਆਖਿਆ ਨਾ ਦਾਸ ਆਖਿਆ, 3 ਅੱਖਰਾਂ ਵਾਲਾ ਨਾਮ ਗੁਰੂ ਮਹਾਰਾਜ ਦਾ ਲਿਆ ਤੇ ਨਾਲ ਨਿਥਾਵਾਂ ਕਹਿ ਦਿੱਤਾ। ਸਤਿਗੁਰੂ ਜੀ ਦੇ ਮੁਖੋਂ ਬਚਨ ਨਿਕਲਿਆ ਕਿ ਕਮਲੀਏ ਮੈਂ ਕੋਈ ਨਿਥਾਵਾਂ ਨਹੀਂ ਹਾਂ, ਮੇਰੇ ਨਿਥਾਵਿਆਂ ਦੇ ਥਾਮ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਹਨ। ਜਦ ਗੁਰੂ ਅੰਗਦ ਦੇਵ ਜੀ ਨੂੰ ਪਤਾ ਚੱਲਿਆ ਤਾਂ ਮਹਾਰਾਜ ਨੇ ਸ੍ਰੀ ਬਾਬਾ ਬੁੱਢਾ ਸਾਹਿਬ ਜੀ ਨਾਲ ਸਲਾਹ ਕਰਕੇ ਕੇਸੀ ਇਸ਼ਨਾਨ ਕਰਵਾ ਕੇ ਆਪ ਸੁੰਦਰ ਬਸਤਰ ਪਹਿਨਾ ਕੇ ਸਿੰਘਾਸਨ 'ਤੇ ਬਿਠਾ ਕੇ 12 ਵਾਰ ਬਖਸ਼ੇ।
ਕਿ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ, ਨਿਗਤੀਆਂ ਦੀ ਗਤ, ਨਿਪਤਿਆਂ ਦੀ ਪਤ, ਨਿਧਰਿਆਂ ਦੀ ਧਿਰ। ਇਉਂ ਗੁਰੂ ਜੀ ਨੇ 12 ਵਰ ਦਿੱਤੇ। ਜੁਲਾਈ ਨੂੰ ਆਖਿਆ ਵੀ ਆਪਦੀ ਜੁਲਾਈ ਨੂੰ ਲੈ ਕੇ ਇੱਥੋਂ ਭੱਜ ਜਾ, ਘਰ ਛੱਡ ਦੇ, ਨਹੀਂ ਤਾਂ ਇਹਨੇ ਕਮਲੀ ਰਹਿਣਾ ਹੀ। ਉਹ ਜੇ ਸਹੀ ਕਰਨਾ ਤੇ ਇੱਥੋਂ ਚਲਿਆ ਜਾ, ਜੂ ਛੱਡ ਦੇ ਖਡੂਰ ਦੀ, ਤਾਂ ਤੁਹਾਡਾ ਭਲਾ ਹੈ। ਕਿਉਂਕਿ ਇੱਥੇ ਗੁਰਦੁਆਰਾ ਸਾਹਿਬ ਬਣੇਗਾ, ਉਸ ਸਥਾਨ 'ਤੇ ਗੁਰਦੁਆਰਾ ਖੱਡੀ ਸਾਹਿਬ ਹੈ। ਇਉਂ ਗੁਰੂ ਜੀ ਮਹਾਰਾਜ ਨੇ ਉਹ ਜੁਲਾਈ ਨੂੰ ਬਖਸ਼ਿਆ ਸੀਗਾ ਅਤੇ ਗੁਰੂ ਸਾਹਿਬ ਨੂੰ ਵਰ ਦਿੱਤੇ ਸਨ, ਇਹ ਮਹਾਰਾਜ ਤੂੰ ਨਿਥਾਮਿਆਂ ਦਾ ਥਾਮ ਹੈ ਜੀ। ਜਾਂ ਕੋ ਕੋਇ ਨਾ ਦੈ ਦਿਸ ਜਾਉ ਤਹਾਂ ਤੂੰ ਸੰਗੇ। ਪਰਮੇਸ਼ਰ, ਮੈਂ ਦਸੇ ਦਿਸ਼ਾਵਾਂ ਦੇ ਵਿੱਚ ਜਿੱਥੇ ਵੀ ਜਾਂਦਾ ਹਾਂ ਉੱਥੇ ਹੀ ਤੂੰ ਮੇਰੇ ਸੰਗੇ ਨਾਲ ਹੈ। ਭਾਵ ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਤੇਰੀ ਕੀਰਤਾ ਕਰਮ ਕਮਾਓ। ਇਸੇ ਕਰਕੇ ਮੈਂ ਹਰ ਵਕਤ ਨਿਸ਼ਕਾਮ ਕਰਮਾਂ ਦੇ ਸਹਿਤ ਹੋ ਕੇ ਤੇਰੀ ਕੀਰਤਨ ਭਗਤੀ ਰੂਪ ਕਰਮ ਕੰਮ ਨੂੰ ਕਮਾਉਂਦਾ ਹਾਂ ਜੀ। ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ, ਸਾਧ ਸੰਗ ਕਲ ਕੀਰਤਨ ਗਾਇਆ, ਨਾਨਕ ਤੇ ਬਹੁਰ ਨਾ ਆਇਆ। ਏਕ ਸਤੇ ਲੱਖ ਲੱਖ ਤੇ ਏਕਾ। ਇਹ ਪਰਮੇਸ਼ਰ, ਤੂੰ ਇੱਕ ਤੋਂ ਲੱਖਾਂ ਰੂਪ ਧਾਰ ਲੈਂਦਾ ਹੈ ਤੇ ਫਿਰ ਲੱਖਾਂ ਤੋਂ ਇੱਕ ਅਦਵੈਤ ਰੂਪ ਹੋ ਜਾਂਦਾ ਹੈ। ਤੇਰੀ ਗਤ ਮਿਤ ਕਹਿ ਨਾ ਸਕਾਓ। ਇਸੇ ਕਰਕੇ ਮੈਂ ਤੇਰੀ ਗਤ ਪ੍ਰਾਪਤੀ ਦੀ ਮਿਤ ਮਰਿਆਦਾ ਸ਼ਕਤੀ ਬਿਰਤੀ ਕਰਕੇ ਕਹਿ ਨਹੀਂ ਸਕਦਾ ਹਾਂ। ਤੂੰ ਬੇਅੰਤ ਤੇਰੀ ਮਿਤ ਨਹੀਂ ਪਾਈਆ। ਇਹ ਪਰਮੇਸ਼ਰ, ਤੂੰ ਅੰਤ ਤੋਂ ਰਹਿਤ ਹੈ, ਇਸੇ ਕਰਕੇ ਤੇਰੀ ਪ੍ਰਾਪਤੀ ਰੂਪ ਮਰਿਆਦਾ ਨਹੀਂ ਪਾਈ ਜਾ ਸਕਦੀ। ਤਾ ਸਭ ਤੇਰੋ ਖੇਲਾ ਦਿਖਾਓ। ਇਹ ਸਾਰਾ ਤੇਰਾ ਹੀ ਖੇਲ ਕੌਤਕ ਹੈ ਜੋ ਸੰਸਾਰ ਵਿਖਣ ਦੇ ਵਿੱਚ ਆ ਰਿਹਾ ਹੈ। ਸਾਧਨ ਕਾ ਸੰਗ ਸਾਧ ਸਿਉ ਗੋਸਟ। ਇਹ ਪਰਮੇਸ਼ਰ, ਤੇਰੀ ਪ੍ਰਾਪਤੀ ਵਾਲੇ ਸ੍ਰੇਸ਼ਟ ਜਨਾਂ ਸੰਤ ਜਨਾਂ ਦਾ ਮੈਨੂੰ ਸਰੀਰ ਕਰਕੇ ਸਾਥ ਪ੍ਰਾਪਤ ਹੋਵੇ। ਤੇਰੇ ਸਾਧੂ ਸੰਤ ਜਨਾਂ ਦੇ ਨਾਲ ਬਚਨ ਬਿਨਾਸ ਹੋਣ ਅਤੇ ਹਰੀ ਪਰਮੇਸ਼ਰ ਹਰ ਸਾਧਨ ਸਿਉ ਲਿਵ ਲਾਓ। ਤੇਰੀ ਪ੍ਰਾਪਤੀ ਵਾਲੇ ਵੈਰਾਗ ਵਿਵੇਕ ਖਟ ਸਮਧੀ ਮਮੋਖ ਸਾਧਕ ਸਾਧਨ ਕਰਨ ਵਾਲੇ ਪੁਰਖਾਂ ਅਤੇ ਤੇਰੇ ਸਾਧਨ ਸੰਤ ਜਨਾਂ ਦੇ ਨਾਲ ਮਿਲ ਕੇ ਤੇਰੇ ਨਾਮ ਦੇ ਵਿੱਚ ਚਿੱਤ ਦੀ ਬਿਰਤੀ ਮੈਂ ਲਾਉਣਾ ਕਰਾਂ। ਸੰਤ ਜਨਾਂ ਦੇ ਉਪਦੇਸ਼ ਦੁਆਰਾ ਬਿਰਤੀ ਨੂੰ ਬ੍ਰਹਮਾਕਾਰ ਕਰਕੇ ਮੈਂ ਤੇਰੇ ਵਿੱਚ ਲਾਉਣਾ ਕਰਾਂ, ਜੋੜਨਾ ਕਰਾਂ ਜੀ। ਜਨ ਨਾਨਕ ਪਾਇਆ ਹੈ ਗੁਰਮਤਿ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਕਿ ਇਹ ਪਰਮੇਸ਼ਰ, ਜਿਨ੍ਹਾਂ ਸੰਤ ਜਨਾਂ ਨੇ ਗੁਰ ਸਿੱਖਿਆ ਦੁਆਰਾ ਤੈਨੂੰ ਪਾਇਆ ਹੈ। ਹਰ ਦੇਹੋ ਦਰਸ ਮਨ ਚਾਓ। ਇਹ ਹਰੀ ਪਰਮੇਸ਼ਰ, ਉਹਨਾਂ ਸੰਤ ਜਨਾਂ ਦੇ ਦਰਸ਼ਨ ਦੀਦਾਰ ਮੈਨੂੰ ਬਖਸ਼ ਦੇਣਾ ਕਰੋ। ਮੇਰੇ ਮਨ ਮੇਰੇ ਹਿਰਦੇ 'ਚ ਇਹੀ ਚਾਉ ਉਤਸ਼ਾਹ ਹੈ ਜੀ। ਇਸੇ ਪ੍ਰਕਾਰ ਜਨ ਨਾਨਕ ਪਾਇਆ ਹੈ ਗੁਰਮਤਿ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਅਸੀਂ ਜਨਾਂ ਨੇ ਗੁਰ ਸਿੱਖਿਆ ਦੁਆਰਾ ਪ੍ਰਾਪਤ ਪ੍ਰਭੂ ਨੂੰ ਪਾਉਣਾ ਕੀਤਾ ਹੈ। ਹਰ ਦੇਹੋ ਦਰਸ ਮਨ ਚਾਓ। ਇਸ ਲਈ
ਜਗਿਆਸੂ ਜਨੋ, ਤੁਸੀਂ ਵੀ ਉਸ ਪਰਮੇਸ਼ਰ ਦੀ ਅੱਗੇ ਬੇਨਤੀ ਕਰੋ ਕਿ हे ਪਰਮੇਸ਼ਰ, ਸਾਨੂੰ ਗੁਰਾਂ ਦੁਆਰਾ ਆਪਣਾ ਦਰਸ਼ਨ ਦੀਦਾਰ ਬਖਸ਼ ਦੇਣਾ ਕਰੋ। ਸਾਡੇ ਮਨ ਵਿੱਚ ਇਹੀ ਉਤਸ਼ਾਹ ਹੈ। ਸਾਰਗ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਰੰਗ ਰਾਗ ਵਿੱਚ ਸ਼ਿਵ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ। ਹਰ ਜੀਓ ਇਹ ਭਾਈ ਹਰੀ ਪਰਮੇਸ਼ਰ ਜੀ ਨੂੰ ਅੰਤਰ ਜਾਮੀ ਜਾਨ, ਸਭ ਦੇ ਅੰਦਰ ਦੀ ਜਾਣਨ ਵਾਲਾ ਜਾਣਨਾ ਕਰੋ। ਕਰਤ ਬਰਾਈ ਮਾਨੁਖ ਤੇ ਛਪਾਈ। ਹੇ ਜੀਵ, ਜੋ ਤੂੰ ਹੋਰਨਾਂ ਮਨੁੱਖਾਂ ਤੋਂ ਛੁਪਾ ਕਰਕੇ ਪਰਾਈ ਘਰਾਂ ਨੂੰ ਤੱਕਣ ਰੂਪ, ਚੋਰੀ ਯਾਰੀ ਕਰਨੀ ਆਦਿਕ ਬੁਰਾਈ ਕਰਦਾ, ਬੁਰੇਪਨ ਵਾਲੇ ਕੰਮ ਮੰਦ ਕਰਮ ਕਰਦਾ ਹੈ। ਸਾਖੀ ਭੂਤ ਭਵਾਨ, ਪਰ ਭੂਤ ਹੈ ਭੂਤਾ, हे अपवित्रा, हे प्राणिया, ਉਹ ਪਵਿੱਤਰ ਸਰੂਪ ਬ੍ਰਹਮ ਤੇਰਾ ਸਾਖੀ ਰੂਪ ਹੋ ਕੇ ਸਭ ਕੁਝ ਦੇਖ ਰਿਹਾ ਹੈ। ਇਉਂ ਸਾਖੀ ਭੂਤ ਸਰੂਪ ਪਵਾਨ ਪਵਿੱਤਰ ਪਰਮੇਸ਼ਰ ਸਭ ਕੁਝ ਵੇਖ ਰਿਹਾ ਹੈ। ਜਾਂ हे ਭੂਤ ਪ੍ਰਾਣੀ, ਉਹ ਪਵਾਨ ਪਵਿੱਤਰ ਪ੍ਰਭੂ ਤੇਰੇ ਕੀਤੇ ਚੰਗੇ ਮੰਦੇ ਕਰਮਾਂ ਦਾ ਸਾਖੀ ਗਵਾਹੀ ਦੇਣ ਵਾਲਾ ਹੈ। ਜਾਂ ਉਹ ਸਾਖੀ ਰੂਪ ਪਰਮੇਸ਼ਰ ਨੂੰ ਗੁਰਾਂ ਦੁਆਰਾ ਪਵਾਨ ਪਹਿਚਾਨਣਾ ਕਰ। ਜਾਂ ਸਾਖੀ ਰੂਪ ਤੇ ਪਵਿੱਤਰ ਪ੍ਰਭੂ ਦੀ ਗੁਰਾਂ ਦੁਆਰਾ ਹਿਰਦੇ ਵਿੱਚ ਪ੍ਰਾਪਤੀ ਕਰ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਵੈਸਨੋ ਨਾਮ ਕਰਤ ਖਟ ਕਰਮਾ। ਇਹ ਜੀਵ, ਤੂੰ ਆਪਣਾ ਵੈਸ਼ਨਵ ਨਾਮ ਰਖਾ ਕੇ ਸ਼ਾਸਤਰਾਂ ਦੇ ਵਿੱਚ ਕਥਨ ਕੀਤੇ ਹੋਏ 6 ਕਰਮਾਂ ਨੂੰ ਵੀ ਕਰਦਾ ਹੈ। ਅੰਤਰ ਲੋਭ ਜੂਠਾਨ, ਪਰ ਤੇਰੇ ਹਿਰਦੇ ਦੇ ਵਿੱਚ ਲਾਲਚ ਰੂਪੀ ਝੂਠ ਹੈ। ਜਾਂ ਤੇਰੇ ਅੰਦਰ ਲਾਲਚ ਹੋਣ ਕਾਰਨ ਤੇਰਾ ਅੰਤਕਰਨ ਰੂਪ ਚੌਂਕਾ ਝੂਠਾ ਹੋ ਗਿਆ ਹੈ। ਜਾਂ ਲੋਭ ਰੂਪ ਕੁੱਤੇ ਨੇ ਤੇਰੀ ਰਸੋਈ ਝੂਠੀ ਕਰ ਛੱਡੀ ਹੈ। ਸੰਤ ਸਭਾ ਕੀ ਨਿੰਦਾ ਕਰਤੇ। ਇਹ ਜੀਵ, ਜਿਹੜੇ ਸੰਤ ਸਭਾ ਦੀ ਜਾਂ ਮਹਾਤਮ ਜਨਾਂ ਦੀ ਪ੍ਰੇਮ ਦੇ ਸਹਿਤ ਭਗਤੀ ਕਰਨ ਵਾਲੀ ਇਕੱਤਰਤਾ ਦੀ ਨਿੰਦਾ ਅਪਕੀਰਤੀ ਕਰਦੇ ਹਨ। ਡੂਬੇ ਸਭ ਅਗਿਆਨ, ਉਹ ਸਾਰੇ ਗਿਆਨ ਤੋਂ ਹੀਣੇ ਹੋਣ ਕਰਕੇ ਸੰਸਾਰ ਸਮੁੰਦਰ ਦੇ ਵਿਸ਼ੇ ਰੂਪ ਜਲ ਵਿੱਚ ਡੁੱਬ ਰਹੇ ਹਨ। ਕਰੈ ਸੋਮ ਪਾਕ ਹਿਰਹਿ ਪਰ ਦਰਬਾ। ਜੋ ਆਪਣੇ ਆਪ ਨੂੰ ਵੈਸ਼ਨਵ ਕਹਾਉਣ ਵਾਲੇ ਸਵੈੰ ਪਾਕਣ, ਭਾਵ ਆਪਣੇ ਹੱਥਾਂ ਨਾਲ ਰਸੋਈ ਪਕਾ ਕੇ ਭੋਜਨ ਖਾਣਾ ਕਰਦੇ ਹਨ। ਜਾਂ ਸੋਮ ਚੰਦਰਮਾ ਦੇ ਦਰਸ਼ਨ ਕਰਕੇ ਭੋਜਨ ਖਾਣਾ ਕਰਦੇ ਹਨ। ਜਾਂ ਸੋਮ ਨਾਮੇ ਬਲੀ ਨੂੰ ਪਕਾ ਕੇ ਖਾਣਾ ਕਰਦੇ ਨੇ। ਜਾਂ ਸੋਮ ਚੰਦਰਮਾ ਦੀ ਰੋਸ਼ਨੀ ਨਾਲ ਪੱਕੇ ਫਲਾਂ ਨੂੰ ਖਾਣਾ ਕਰਦੇ ਹਨ। ਅੰਤਰ ਝੂਠ ਗੁਮਾਨ, ਪਰ ਹਿਰਹਿ ਪਰ ਦਰਬਾ, ਉਂਝ ਪਰਾਇਆ ਧਨ ਚੁਰਾ ਕੇ ਲਿਆਉਂਦੇ ਨੇ। ਮਤਲਬ ਰੋਟੀ ਤਾਂ ਆਪਦੇ ਹੱਥਾਂ ਦੀ ਪਕਾ ਕੇ ਖਾਂਦੇ ਨੇ, ਪਰ ਖਾਂਦੇ ਚੋਰੀ ਦਾ ਮਾਲ, ਪਰਾਇਆ ਧਨ ਚੁਰਾਉਂਦੇ ਨੇ। ਅਤੇ ਹਿਰਦੇ ਦੇ ਵਿੱਚ ਝੂਠ ਅਤੇ ਫਰੇਬ ਅਤੇ ਹੰਕਾਰ ਪਏ ਕਰਦੇ ਹਨ। ਮਹਾਰਾਜ ਦਾ ਬਚਨ ਹੈ, ਕੁਬੁੱਧ ਡੂਮਣੀ ਕੁਦਇਆ ਕਸਾਇਣ, ਪਰ ਨਿੰਦਾ ਘਟ ਚੂਹੜੀ। ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀ ਜਾਂ ਚਾਰੇ ਬੈਠੀਆਂ ਨਾਲ। ਜੇ ਚਾਰੇ ਹੀ ਨਾਲ ਬੈਠੀਆਂ ਨੇ, ਖੋਟੀ ਬੁੱਧੀ ਹੈ। ਇਹ ਡੂਮ ਦੇ ਘਰ ਵਾਲੀ ਮਰਾਸਣ ਹੈ, ਡੂਮਣੀ ਹੈ। ਕੁਦਇਆ ਜਿਹੜੀ ਖੋਟੀ ਦਇਆ ਹਿੰਸਾ ਹੈ, ਇਹ ਕਸਾਈ ਦੇ ਘਰ ਵਾਲੀ ਕਸਾਇਨ। ਜਿਹੜੀ ਪਰਾਈ ਨਿੰਦਿਆ ਹੈ, ਇਹ ਹਿਰਦੇ ਵਿੱਚ ਚੂੜੀ ਹੈ। ਅਤੇ ਜਿਹੜੀ ਕ੍ਰੋਧ ਦੀ ਬਿਰਤੀ ਹੈ, ਇਹ ਚੰਡਾਲ ਦੀ ਘਰ ਵਾਲੀ ਚੰਡਾਲਣ ਹੈ। ਜੇ ਚਾਰੇ ਹੀ ਨਾਲ ਬੈਠੀਆਂ ਨੇ ਤੇਰੇ ਹਿਰਦੇ, ਚਾਰੇ ਔਗਣ ਨੇ, ਤਾਂ ਦੱਸ
ਕੀ ਤੇਰਾ ਫਾਇਦਾ ਹੈ ਆਪ ਰੋਟੀ ਪਕਾ ਕੇ ਖਾਣ ਦਾ, ਇੰਨੀ ਰਹਿਤ ਰੱਖਣ ਦਾ, ਫਿਰ ਝੂਠ ਦੇ ਝੂਠ ਬੋਲੀ ਜਾਂਦਾ, ਹੰਕਾਰ ਕਰਦਾ ਹੈ, ਫਰੇਬ ਕਰਦਾ ਹੈ, ਕੋਈ ਲਾਭ ਨਹੀਂ ਹੈ। ਸੋ ਨਿਰਾ ਕਰਮ ਕਾਂਡਾਂ ਦਾ ਕੋਈ ਫਾਇਦਾ ਨਹੀਂ ਜੇ ਗੁਣ ਨਹੀਂ ਧਾਰੇ। शास्त्र वेद की विद नहीं जान है। ਇਹ ਸ਼ਾਸਤਰ ਤੇ ਚਾਰੇ ਵੇਦਾਂ ਦੀ ਵਿਧੀ ਨੂੰ ਤੂੰ ਜਾਣਦਾ ਨਹੀਂ ਹੈ। ਭਾਵ ਜੋ ਸ਼ਾਸਤਰਾਂ ਦੇ ਅੰਦਰ ਨਖਿੱਧ ਚੀਜ਼ ਖਾਣ ਵਾਲੇ ਨੂੰ ਕੁੱਤਾ ਤੇ ਵੇਦ ਦੇ ਅੰਦਰ ਕ੍ਰੋਧੀ ਪੁਰਖ ਨੂੰ, ਕਰੋਪੀ ਪੁਰਖ ਨੂੰ ਚੰਡਾਲ ਆਦਿ ਕਿਹਾ ਹੈ, ਉਸ ਵਿਧੀ ਨੂੰ ਤੂੰ ਜਾਣਦਾ ਨਹੀਂ ਹੈ। व्यापे मन का मान, ਐਵੇਂ ਆਪਣੇ ਮਨ ਦੇ ਹਿਰਦੇ ਦੇ ਹੰਕਾਰ ਵਿੱਚ ਤੂੰ ਲੱਗਾ ਹੋਇਆ ਹੈ। संध्या काल करह सब वरता। ਸੰਧਿਆ ਇੱਕ ਤਾਂ ਆਹ ਵੇਲੇ ਸਵੇਰ ਦੀ ਸੰਧਿਆ ਕਹਿੰਦੇ ਨੇ। ਇਸ ਵੇਲੇ ਨੂੰ ਸਵੇਰ ਵੇਲੇ ਜਦੋਂ ਆਸਾ ਦੀ ਵਾਰ ਦਾ ਭੋਗ ਪੈਂਦਾ, ਉਦੋਂ ਲੋਕ ਜਿਹੜੇ ਹਿੰਦੂ ਨੇ ਉਹ ਕੋਠੇ 'ਤੇ ਚੜ੍ਹ ਕੇ ਤੇ ਪਾਣੀ ਦਿੰਦੇ ਨੇ ਸੂਰਜ ਨੂੰ। ਦੁਪਹਿਰੇ ਅਸਤੋਤਰ ਗਾਉਂਦੇ ਨੇ, ਸ਼ਾਮ ਨੂੰ ਆਰਤੀ ਕੀਰਤਨ ਕਰਨਾ ਆਦਿਕ 3 ਪ੍ਰਕਾਰ ਦੀ ਸੰਧਿਆ ਕਾਲ ਅਤੇ ਸਾਰੇ ਨੌਮੀ ਇਕਾਦਸ਼ੀ ਆਦਿ ਦੇ ਵਰਤ ਰੱਖਣਾ ਕਰਦੇ ਨੇ। ਪਰ ਉਹਨਾਂ ਦਾ ਇਹ ਸਭ ਕੁਝ ਇਉਂ ਵਿਅਰਥ ਹੈ ਜਿਵੇਂ ਜੋ ਸਫਰੀ ਦੰਭਾਨ, ਜਿਵੇਂ ਸਫਰੀ ਮੱਛੀ ਦੇ ਪਕੜਨ ਵਾਸਤੇ ਨਦੀ ਕਿਨਾਰੇ ਬਗਲਾ ਸਮਾਧੀ ਲਾ ਕੇ ਦੰਫਾਨ ਦੰਭ ਕਰਦਾ ਹੈ, ਇਸੇ ਪ੍ਰਕਾਰ ਭੇਖਧਾਰੀ ਪੁਰਖ ਪਰਾਈ ਇਸਤਰੀ ਰੂਪ ਮੱਛੀ ਨੂੰ ਪਕੜਨ ਵਾਸਤੇ, ਭਾਵ ਉਸ ਨਾਲ ਵਿਸ਼ੇ ਭੋਗਣ ਵਾਸਤੇ ਉੱਪਰੋਂ ਸਮਾਧੀ ਲਾ ਕੇ ਨਾਮ ਜਪਣ ਦਾ ਦੰਭ ਕਰਦਾ ਹੈ। ਜਿਵੇਂ ਕੋਈ ਸਫ਼ਰ ਕਰਨ ਵਾਲਾ ਮੁਸਾਫਰ ਕਿਸੇ ਦੇ ਘਰ ਰੋਟੀ ਖਾਣ ਵਾਸਤੇ ਦੰਭ ਕਰਕੇ ਬੈਠ ਜਾਵੇ, ਇਸੇ ਪ੍ਰਕਾਰ ਆਪਣੇ ਆਪ ਨੂੰ ਵੈਸ਼ਨਵ ਕਹਾਉਣ ਵਾਲੇ ਪੁਰਖ ਦੁਨੀਆ ਰੂਪ ਮੁਸਾਫਰਖਾਨੇ ਵਿੱਚ ਮਾਇਆ ਦੀ ਇੱਛਾ ਵਾਸਤੇ ਦੰਭ ਕਰਦੇ ਨੇ। ਬੱਸਾਂ ਦੇ ਟ੍ਰੇਨਾਂ ਦੇ ਵਿੱਚ ਲੋਕ ਚਾਹ ਦਾ ਪਿਆਲਾ ਪਿਆ ਕੇ ਜਾਂ ਕੋਲਡ ਡਰਿੰਕ ਦੇ ਵਿੱਚ ਕੋਈ ਨਸ਼ੇ ਵਾਲੀ ਵਸਤੂ ਪਿਆ ਕੇ ਜਾਂ ਲਾਗੇ ਬੈਠ ਕੇ, ਇੱਥੇ ਅੰਬਾਲੇ ਤੋਂ ਦਿੱਲੀ ਤੋਂ ਕੋਈ ਆ ਰਿਹਾ ਸੀਗਾ ਹਿੰਦੂ ਜੈਂਟਲਮੈਨ, ਉਹਨੂੰ ਵਿਚਾਰੇ ਨੂੰ ਮੈਂ ਰੋਂਦਾ ਪ੍ਰਤੱਖ ਦੇਖਿਆ। ਕਹਿੰਦਾ ਕਿ ਬੀਬੀ ਜੀ ਬੈਠੀ ਸੀਗੀ ਮੇਰੇ ਕੋਲ ਅਤੇ 10,000 ਰੁਪਈਆ ਬਟੂਏ 'ਚ ਗੋਲੀ ਕਰ ਗਈ। ਕਹਿੰਦਾ ਹੋਰ ਤਾਂ ਕੋਈ ਲਾਗੇ ਆਇਆ ਨਹੀਂ। ਮਤਲਬ ਲੋਕ ਲਾਗੇ ਬਹਿ ਕੇ ਵੀ ਜੇਬ ਕੱਟ ਕੇ ਲੈ ਜਾਂਦੇ, ਇਉਂ ਸਭ ਕੁਝ ਗੋਲ ਕਰ ਜਾਂਦੇ, ਸਫਾਇਆ ਕਰ ਜਾਂਦੇ। ਸਫ਼ਰ ਦੇ ਵਿੱਚ ਮੇਰੇ ਵਰਗੇ ਝੋਕਾ ਮਾਰਦੇ ਰਹਿੰਦੇ, ਸੁੱਤੇ ਰਹਿੰਦੇ ਅਤੇ ਬੈਗ ਚੁੱਕ ਕੇ ਅਗਲੇ ਗਾਂਹ ਜਾਂਦੇ। ਸਮਾਨ ਦਾ ਵੀ ਪਤਾ ਨਹੀਂ ਲੱਗਦਾ ਵੀ ਕਿੱਧਰ ਨੂੰ ਗਿਆ। ਤੋ ਇਸ ਵਾਸਤੇ ਸਫ਼ਰ ਦੇ ਦੌਰਾਨ ਚੁਕੰਨੇ ਰਹਿਣਾ ਇੱਕ ਬਹੁਤ ਵੱਡੀ ਸਿਆਣਪ ਹੈ। ਜਿਹੜੇ ਸਫਰੀ ਮੁਸਾਫਰ ਨੇ ਕਈ ਵਾਰ ਉਹ ਲੁਟੇਰੇ ਦੇ ਰੂਪ ਦੇ ਵਿੱਚ ਅਤੇ ਸਫ਼ਰ ਕਰਕੇ ਜਿਹੜੇ ਸਫਰੀ ਹੁੰਦੇ ਨੇ ਮੁਸਾਫਰ, ਦੂਜਿਆਂ ਨੂੰ ਮਾਇਆ ਦੀ ਲੁੱਟ ਦੇ ਵਿੱਚ ਲੁੱਟ ਕੇ ਅਤੇ ਉੱਪਰੋਂ ਪਖੰਡ ਕਰਦੇ ਨੇ, ਸਾਊ ਬਣ ਕੇ ਰਹਿੰਦੇ ਨੇ। ਪਹਿਲੇ ਤਾਂ ਪੁਰਾਣੇ ਲੋਕ ਜਿਹੜੇ ਚੋਰ ਹੁੰਦੇ ਸੀ ਫਟੇ ਪੁਰਾਣੇ ਕੱਪੜਿਆਂ ਵਾਲੇ, ਉਹਨਾਂ ਦਾ ਪਤਾ ਲੱਗ ਜਾਂਦਾ ਸੀਗਾ। ਅੱਜ ਕੱਲ੍ਹ ਅਮੀਰਾਂ ਦੇ ਕਾਕੇ ਚੋਰ ਬਣੇ ਹੋਏ ਨੇ, ਬੜੇ ਪੜ੍ਹੇ ਲਿਖੇ ਵੀ ਵੇਖਣ ਨੂੰ ਬੜੇ ਸਾਊ ਜਾਪਣਗੇ ਵੀ ਬੜੇ ਸੁੰਦਰ ਸੋਹਣੇ ਸਰੂਪ ਵਾਲੇ, ਪਰ ਅੰਦਰੋਂ ਉਹਨਾਂ ਦਾ ਮਨ ਹੋਰ ਹੀ ਤਰ੍ਹਾਂ ਦਾ ਹੋਊਗਾ, ਕਿਉਂਕਿ ਜਿੰਨੇ ਖਰਚੇ ਨੇ ਨਸ਼ਿਆਂ ਆਦਿਕਾਂ ਦੇ, ਹੋਰਨਾਂ ਚੀਜ਼ਾਂ ਦੇ, ਉਹਨੇ ਪੂਰੇ ਨਹੀਂ ਹੁੰਦੇ। ਮਾਂ ਪਿਓ ਵੀ ਇੰਨੇ ਖਰਚੇ ਦਿੰਦੇ ਨਹੀਂ, ਉਹ ਫਿਰ ਚੋਰੀਆਂ ਕਰਦੇ ਨੇ। ਅਮੀਰ ਘਰਾਣਿਆਂ ਦੇ ਵਿੱਚ, ਅਮੀਰੀ ਇਲਾਕਿਆਂ ਦੇ ਵਿੱਚ ਅਤੇ ਅਮੀਰਾਂ ਦੇ ਕਾਕੇ। ਇਸ ਵਾਸਤੇ ਸੋ ਜਿਹੜੇ ਇਸ ਤਰ੍ਹਾਂ ਦੇ ਆ ਪਖੰਡ ਕਰਦੇ ਨੇ, ਉਹਨਾਂ ਤੋਂ ਬਚਣ ਦੀ ਆਗਿਆ ਹੈ। ਜਾਂ ਸਫਰੀ ਨਾਮ ਮਦਾਰੀ ਦਾ ਵੀ ਹੈ। ਮੈਂ ਇੱਕ ਵਾਰ ਅਨਭੋਲ ਹੀ 35 ਸੈਕਟਰ ਬੰਦੇ ਇਕੱਠੇ ਹੋਏ ਵੇਖ ਕੇ ਖਲੋ ਗਿਆ। ਉਹ ਤਮਾਸ਼ੇ ਜਿਹੇ ਵਾਲੇ, ਤੇਰੀ ਜੇਬ 'ਚ ਇੰਨੇ ਨੋਟ ਨੇ, ਤੇਰੀ ਜੇਬ 'ਚ ਓਨੇ ਨੋਟ ਨੇ,
ਉਹ ਇੰਨਾ ਬੰਦੇ ਨੂੰ ਆਪਣੇ 'ਚ ਵਰਗਲਾ ਲੈਂਦੇ ਨੇ, ਉਹ ਵਧੋ ਵਧੀ 250-300 ਰੁਪਈਆ ਉਹਨੇ ਲੈ ਲਿਆ। ਅਤੇ ਇਸ ਵਾਸਤੇ ਜਿਹੜੇ ਮਦਾਰੀ ਨੇ ਉਹ ਪਖੰਡ ਕਰਕੇ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਖੇਲ ਕਰਕੇ ਦਿਖਾਉਂਦੇ, ਕਦੇ ਕੁਝ ਵਿਖਾ ਦਿੰਦੇ, ਕਦੇ ਕੁਝ। ਇੰਝ ਭੇਖਧਾਰੀ ਪੁਰਖ ਮਦਾਰੀ ਵਾਂਗ ਤਰ੍ਹਾਂ ਤਰ੍ਹਾਂ ਦੇ ਪਖੰਡ ਕਰਨ ਰੂਪ ਖੇਲ ਕਰਦੇ ਨੇ। ਤਾਂ ਇਸ ਲਈ ਕਿਸੇ ਵੀ ਇਕੱਠ ਦੇ ਵਿੱਚ, ਕਿਸੇ ਪਾਰਕ 'ਚ ਜਾਂ ਕਿਸੇ ਚੌਂਕ 'ਚ ਖਲੋਣਾ, ਮੈਂ ਤਾਂ ਕਿਹਾ ਵੀ 90 ਦਾ ਘੱਟ ਆ, ਪੂਰੇ 100 ਦਾ 100 ਹੀ ਸਮਝ ਲਓ ਵੀ ਜੋ ਤੁਹਾਡੀ ਜੇਬ 'ਚ ਉਹ ਗੋਲ ਹੋ ਜਾਏਗਾ। ਵੇਖਦਿਆਂ ਹੀ ਪਤਾ ਨਹੀਂ ਉਹਨਾਂ ਕੋਲ ਕੈਸੀ ਠੱਗੀ ਮਾਰਨ ਦੀ ਕਲਾ ਹੈ। ਚੰਗਾ ਭਲਾ ਸਿਆਣਾ ਬਹਿਣਾ ਬੰਦਾ, ਪਤਾ ਵੀ ਹੈ ਵੀ ਸਭ ਕੁਝ, ਤਾਂ ਫਿਰ ਵੀ ਇਸ ਤਰ੍ਹਾਂ ਦਾ ਪਖੰਡ ਵੇਖ ਕੇ ਬੰਦਾ ਵਰਗਲਾਇਆ ਜਾਂਦਾ। ਇਸ ਲਈ ਕਲਯੁਗ ਦਾ ਸਭ ਤੋਂ ਵੱਡਾ ਸੂਰਮਾ ਪਖੰਡ ਹੈ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਕਹਿੰਦੇ ਸੰਧਿਆ ਕਾਲ ਕਰੇ ਸਭ ਵਰਤੈ। ਸੰਧਿਆ ਦੇ ਸਮੇਂ ਕਰਮ ਕਾਂਡ ਕਰਦਾ ਹੈ, ਸਭ ਵਰਤਾਦਿਕ ਵੀ ਰੱਖਦਾ, ਪਰ ਇਸ ਤਰ੍ਹਾਂ ਦੇ ਤੇਰੇ ਪਖੰਡ ਬਗਲੇ ਦੀ ਤਰ੍ਹਾਂ ਨਿਸਫਲ ਹਨ। ਪ੍ਰਭੂ ਭਲਾਏ ਉਜੜ ਪਾਏ। ਐਸੇ ਪੁਰਖਾਂ ਦੇ ਮੰਦ ਕਰਮ ਵੇਖ ਕੇ ਪਰਮੇਸ਼ਰ ਨੇ ਆਪ ਹੀ ਉਹਨਾਂ ਨੂੰ ਆਪਣੇ ਸਰੂਪ ਵੱਲੋਂ ਭੁਲਾ ਦਿੱਤਾ ਔਰ ਉਹਨਾਂ ਨੂੰ ਸੰਸਾਰ ਰੂਪ ਉਜਾੜ ਵਿੱਚ ਪਾਉਣਾ ਕੀਤਾ। ਨਿਹਫਲ ਸਭ ਕਰਮਾਨ। ਇੰਝ ਉਹਨਾਂ ਦੇ ਸਾਰੇ ਕੀਤੇ ਹੋਏ ਸਕਾਮ ਕਰਮ ਨਿਸਫਲ ਹੀ ਜਾਂਦੇ। ਸਾਰੇ ਕਰਮ ਦਵੈਤ ਵਾਲੇ ਹੋਣ ਕਰਕੇ ਨਿਸਫਲ ਹੀ ਨੇ ਜਾਂ ਸੰਸਾਰ ਵਿੱਚ ਲਿਆਉਣ ਵਾਲੇ ਹਨ। ਸੋ ਗਿਆਨੀ ਸੋ ਬੈਸਨੋ ਪੜਿਆ। ਇਹ ਭਾਈ ਅਸਲੀ ਗਿਆਨੀ ਗਿਆਨਵਾਨ ਵੀ ਉਹੀ ਹੈ ਅਤੇ ਉਹੀ ਵੈਸ਼ਨਵ ਵੇਦਾਂ ਨੂੰ ਪੜ੍ਹਿਆ ਹੈ ਜਾਂ ਉਹੀ ਵੇਦਾਂ ਸ਼ਾਸਤਰਾਂ ਨੂੰ ਪੜ੍ਹਿਆ ਹੋਇਆ ਵਿਸ਼ਨੂੰ ਦਾ ਉਪਾਸ਼ਕ ਹੈ। ਜਿਸ ਕਰੀ ਕਿਰਪਾ ਭਗਵਾਨ। ਹੱਠ ਭਗਾ ਸੰਪੰਨ ਪਰਮੇਸ਼ਰ ਨੇ ਜਿਸ 'ਤੇ ਮਿਹਰ ਦੀ ਦ੍ਰਿਸ਼ਟੀ ਕੀਤੀ ਹੈ। ਓਨ ਸਤਿਗੁਰ ਸੇਵ ਪਰਮ ਪਦ ਪਾਇਆ। ਉਹਨਾਂ ਨੇ ਪੂਰੇ ਸਤਿਗੁਰਾਂ ਦੀ ਸੇਵਾ ਟਹਿਲ ਕਰਕੇ ਵੱਡੀ ਪਦਵੀ ਭਾਵ ਕੇਵਲ ਮੋਖ ਨੂੰ ਪਾ ਲਿਆ ਹੈ। ਉਦਰਿਆ ਸਗਲ ਵਿਸਵਾਨ। ਔਰ ਉਹ ਸਾਰੇ ਸੰਸਾਰ ਤੋਂ ਉਧਰ ਗਿਆ, ਮੁਕਤ ਹੋ ਗਿਆ ਹੈ। ਜਾਂ ਜੋ ਪਰਮੇਸ਼ਰ ਸਾਰੇ ਵਿਸ਼ਵ ਆਣ ਸੰਸਾਰ ਨੂੰ ਲਿਆਉਣ ਵਾਲਾ, ਪੈਦਾ ਕਰਨ ਵਾਲਾ ਹੈ, ਉਸ ਦੀ ਉਹਨਾਂ ਨੂੰ ਪ੍ਰਾਪਤੀ ਹੋ ਗਈ ਹੈ। ਜਾਂ ਬਹੁਤ ਸਾਰੀ ਆਣ ਦਵੈਤ ਵਾਲੇ ਸੰਸਾਰ ਤੋਂ ਉਧਰ ਗਿਆ ਜਾਂ ਉਸ ਪੁਰਖ ਦੀ ਸੰਗਤ ਕਰਕੇ ਬਹੁਤ ਸਾਰੇ ਵਿਸਵਾਨ ਸੰਸਾਰੀ ਲੋਕ ਤਰ ਗਏ ਹਨ। ਕਿਆ ਹਮ ਕਥ ਹੈ ਕਿਸ ਕਥ ਨਹੀਂ ਜਾਣ ਹੈ। ਇਹ ਪਰਮੇਸ਼ਰ ਅਸੀਂ ਕੀ ਕਥਨ ਕਰੀਏ, ਕਥਾ ਦਾ ਕੋਈ ਅੰਤ ਨਹੀਂ ਹੈ। ਕਥ ਕਥ ਕਥੀ ਕੋਟੀ ਕੋਟ ਕੋਟ। ਕੀ ਕਥਾ ਕਰਕੇ ਸਰਵਣ ਕਰਾਈਏ, ਕਿਸ ਕਥ ਨਹੀਂ ਜਾਣੈ। ਕੁਝ ਵੀ ਕਥਨ ਕਰਨਾ ਸੀ ਜਾਣਦੇ ਹੀ ਨਹੀਂ। ਭਾਵ ਜੋ ਕਥਨ ਰਹਿਤ ਸਵੈ ਅਨੁਭਵ ਹੈ, ਉਸ ਪ੍ਰਕਾਸ਼ ਬਾਰੇ ਕੁਝ ਕਥਨ ਨਹੀਂ ਕਰ ਸਕਦੇ। ਪ੍ਰਭ ਭਾਵੈ ਤਿਵੈ ਬੋਲਾਨ। ਇਹ ਪਰਮੇਸ਼ਰ ਜਿਵੇਂ ਆਪ ਜੀ ਨੂੰ ਭਾਉਂਦਾ ਤਿਵੇਂ ਹੀ ਸਾਡੇ ਥਾਈਂ ਬੁਲਾਉਣਾ ਕਰੋ। ਜਿਉਂ ਬੋਲਾਵੈ ਹੈ ਤਿਉਂ ਬੋਲੇ ਹੈ ਸੁਆਮੀ। ਕੁਦਰਤ ਕਮਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ। ਜਿਵੇਂ ਤੁਸੀਂ ਬੁਲਾਉਂਦੇ ਹੋ ਉਵੇਂ ਹੀ ਸਾਡਾ ਬੋਲਣਾ ਹੁੰਦਾ ਹੈ ਜੀ। ਸਾਧ ਸੰਗਤ ਕੀ ਤੂੰ ਰੇ ਕਮੰਗੋ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਕਿ हे ਪਰਮੇਸ਼ਰ, ਅਸੀਂ ਜਨ ਦਾਸ ਤਾਂ ਇਹ ਵਾਹਿਗੁਰੂ ਜੀ। ਜਨ ਨਾਨਕ ਪਇਓ ਸਰਾਨ। ਅਸੀਂ ਜਨ ਤੇਰੀ ਸ਼ਰਨ ਵਿੱਚ ਪਏ ਹਾਂ ਅਤੇ ਅਸੀਂ ਆਪ ਜੀ ਤੋਂ ਇੱਕ ਸਾਧ ਸੰਗਤ ਦੀ ਜਾਂ ਸ੍ਰੇਸ਼ਟ ਪੁਰਖਾਂ ਦੀ ਸੰਗਤ ਦੀ ਚਰਨ ਧੂੜ ਮੰਗਦੇ ਹਾਂ।
क्योंकि धूड़ी मज्जन साध के साईं थी कृपाल लद्दे हबे थोकड़े नानक हर तन माल। जद ਆਪਾਂ ਮੱਥਾ ਟੇਕਦੇ ਹਾਂ ਦਹਲੀਜ਼ ਦੇ ਉੱਪਰ ਰੱਖਦੇ ਹਾਂ ਮਸਤਕ ਤੇ ਜਾਂ ਗੁਰੂ ਸਾਹਿਬ ਦੇ ਸਨਮੁਖ ਮੱਥਾ ਰੱਖਦੇ ਹਾਂ ਸੁਤੇ ਸਿੱਧ ਜੋ ਸੰਗਤ ਦੇ ਚਰਨਾਂ ਦੀ ਧੂੜ ਮਸਤਕ ਨੂੰ ਲੱਗਦੀ ਹੈ ਉਹਦੇ ਨਾਲ ਕਈ ਬਲਾਮਤਾਂ ਕਈ ਬਦ ਬਲਾਵਾਂ ਸਾਡੇ ਗਲੋਂ ਲੈ ਜਾਂਦੀਆਂ ਨੇ ਅਤੇ ਪਾਪ ਘਟਦੇ ਨੇ ਪੁੰਨ ਵੱਧਦੇ ਨੇ ਸਤਿਗੁਰੂ ਦੀ ਕਿਰਪਾ ਹੁੰਦੀ ਹੈ ਪਰਮੇਸ਼ਰ ਵੱਲ ਰਸਤਾ ਤੈਅ ਹੁੰਦਾ ਹੈ। ਇਉਂ ਮੋਹ ਮਾਇਆ ਦਾ ਜਾਲ ਜਿਹੜਾ ਹੈ ਇਹਦੀ ਪਕੜ ਛੁੱਟੀ ਜਾਂਦੀ ਹੈ ਹੌਲੀ ਹੌਲੀ ਜਿਹੜੀ ਬਿਰਤੀ ਹੈ ਗੁਰੂ ਚਰਨਾਂ ਵਿੱਚ ਜੁੜ ਜਾਂਦੀ ਹੈ। ਸੋ ਮਾੜੇ ਕਰਮ ਖਤਮ ਹੁੰਦੇ ਨੇ ਚੰਗੇ ਕਰਮ ਬਣਦੇ ਨੇ। ਇਸ ਲਈ ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸਨਾਨ ਹਰ ਕਾ ਨਾਮ ਧਿਆਈ ਸੁਣ ਸਭਨਾਂ ਨੂੰ ਕਰਦਾਣੀ ਗੁਰੂ ਸਾਹਿਬ ਦੀ ਆਗਿਆ ਹੈ। ਮਹਾਰਾਜ ਅੰਤਰਜਾਮੀ ਪੁਰਖ ਵਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕਉ ਕਰ ਸੰਤਨ ਕੀ ਧੂਰੇ। ਆਪ ਦੀ ਸਾਧ ਸੰਗਤ ਦੇ ਚਰਨਾਂ ਦੀ ਧੂੜ ਸਾਨੂੰ ਬਣਾ ਦੇ ਜੀ। ਇੱਥੇ ਹੀ ਸਮਾਪਤੀ ਹੈ ਜੀ। ਭੁੱਲਾਂ ਚੁੱਕਾ ਖਿਮਾ ਕਰੋ ਅੱਗੇ ਤੋਂ ਸਮਤ ਬਖਸ਼ੋ। क्या हम कथ हैं किस कथ नहीं जान है प्रभु भावै तिवै बुलाना साध संगत की धूर एक मांगो जन नानक पयो सराना। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।